ਅੱਜ ਸਿੰਕਰੋਨਸ ਮੋਟਰ ਦੇ ਆਪਾਂ ਕਰੈਕਟਰਿਸਟਿਕਸ ਦੇ ਬਾਰੇ ਪੜਾਂਗੇ। ਕਰੈਕਟਰਿਸਟਿਕਸ ਆਫ ਸਿੰਕਰੋਨਸ ਮੋਟਰ ਜੋ ਕੁਝ ਹੁਣ ਤੱਕ ਆਪਾਂ ਨੇ ਸਟੱਡੀ ਕੀਤਾ ਇਹਦੇ ਬਾਰੇ ਉਹਨੂੰ ਸਮ ਅਪ ਕੀਤਾ ਗਿਆ ਇੱਥੇ ਕਰੈਕਟਰਿਸਟਿਕਸ ਦੇ ਵਿੱਚ। ਪਹਿਲਾ ਕਰੈਕਟਰਿਸਟਿਕ ਮੋਟਰ ਦਾ ਹੈ नो सेल्फ स्टार्टिंग टॉर्क। ये ਆਪਾਂ ਨੇ ਸ਼ੁਰੂ 'ਚ ਹੀ ਦੇਖਿਆ ਸੀ ਕਿ ਸਾਡੀ ਮੋਟਰ ਹੈ ਜਿਹੜੀ ਇਹ ਸੈਲਫ ਸਟਾਰਟਿੰਗ ਨਹੀਂ ਹੈ। दूसरा इट ऑपरेट्स एट सिंक्रोनस स्पीड और कांस्टेंट स्पीड, always runs at constant speed. Then power factor have wide range, lagging, unity, leading. It can operate at any power factor. Then because it is motor, so naturally it is used to drive mechanical load, but in addition it can be used as power factor improvement equipment, and in that case it is called synchronous condenser. Next, at no load it draws very small current to meet internal losses, and with the increase in load the load angle delta and hence the current increases, and when delta is approximately 90 degree, just approaching 90 degree, no further increase in load is possible. In that case the motor goes out of synchronism or stops, and the corresponding torque is called pull out torque. ये characteristics है motor दे। Is it clear? Hello ओके ठीक है। अब आपसे रिस्पॉन्ड कर दिया करो, नहीं तो मैं पता नहीं लगता कि सुन रहे हो या आवाज आ रही तुहानू कि नहीं आ रही। ओके फिर एक बार आप रिपीट कर लें कि मोटर सैल्फ स्टार्टिंग नहीं है, कॉन्सटेंट स्पीड ते चलती है जिन्होंने सिंक्रोनस स्पीड कहने हैं। पावर फैक्टर मोटर का लैगिंग हो सकता है, यूनिटी लीडिंग डिपेंडिंग अपॉन द एक्साइटेशन कितनी देवांगे आप इनू। फिर मकैनिकल लोड ड्राइव करने लिए यूज़ कर सकते हैं और इनू यूज़ कर सकते हैं एज पावर फैक्टर इक्विपमेंट ऑपरेटस, और इट इज़ कॉल्ड इन दैट केस सिंक्रोनस कंडेंसर। स्मॉल करंट ड्रॉ करती नो लोड ते ਜਿਹੜੇ ਸਪਲਾਈ ਕਰਨ ਲਈ ਇਨਫ ਹੁੰਦੇ ਨੇ ਇੰਟਰਨਲ ਲੌਸਿਸ ਨੂੰ। ਤੇ ਜਦੋਂ ਅਸੀਂ ਲੋਡ ਇਨਕਰੀਜ਼ ਕਰਦੇ ਹਾਂ ਜ਼ੀਰੋ ਤੋਂ ਮੈਕਸਿਮਮ ਲੋਡ ਵੱਲ ਨੂੰ ਤਾਂ ਲੋਡ ਐਂਗਲ ਡੈਲਟਾ ਇਨਕਰੀਜ਼ ਹੁੰਦਾ ਹੈ ਐਂਡ ਕੋਰਸਪੋਂਡਿੰਗਲੀ ਕਰੰਟ ਵੀ ਇਨਕਰੀਜ਼ ਹੁੰਦਾ ਹੈ। ਕਦੋਂ ਤੱਕ? ਜਦੋਂ ਤੱਕ ਡੈਲਟਾ 90 ਡਿਗਰੀ ਦੇ ਨੇੜੇ ਨਹੀਂ ਪਹੁੰਚ ਜਾਂਦਾ। ਜੇ ਫਰਦਰ ਅਸੀਂ ਲੋਡ ਇਨਕਰੀਜ਼ ਕਰੀਏ ਫਿਰ ਮੋਟਰ ਸਟਾਪ ਕਰ ਜਾਂਦੀ ਹੈ ਔਰ ਜਿਹੜੀ ਉਹ ਟਾਰਕ ਹੈ ਉਹਨੂੰ ਅਸੀਂ ਪੁੱਲ ਆਊਟ ਟਾਰਕ ਕਹਿੰਦੇ ਹਾਂ। ਇਹ ਇਹਦੇ ਕਰੈਕਟਰਿਸਟਿਕਸ ਨੇ ਮੋਟਰ ਦੇ। ਖਾਸ ਜਿਹੜੀ ਗੱਲ ਆਪਾਂ ਸਮਝਣੀ ਉਹੀ ਹੈ ਕਿ ਸੈਲਫ ਸਟਾਰਟਿੰਗ ਨਹੀਂ ਹੈ, ਪਰ ਜਦੋਂ ਚਲਦੀ ਹੈ ਤਾਂ ਸਿੰਕਰੋਨਸ ਸਪੀਡ ਤੇ ਚਲਦੀ ਹੈ, ਨਹੀਂ ਤਾਂ ਬੰਦ ਹੋ ਜਾਂਦੀ ਹੈ। ਆਈਦਰ ਇਟ ਰਨਸ ਐਟ ਸਿੰਕਰੋਨਸ ਸਪੀਡ ਔਰ ਇਟ ਸਟਾਪਸ। ਇਹ ਖਾਸ ਕਰੈਕਟਰਿਸਟਿਕ ਇਸ ਮੋਟਰ ਦਾ ਹੈ। ਔਰ ਪਾਵਰ ਫੈਕਟਰ ਇਸ ਦੇ ਵਾਈਡ ਰੇਂਜ ਹੈ, ਉਹ ਆਪਾਂ ਨੇ ਆਲਰੇਡੀ ਡਿਸਕਸ ਕਰ ਲਿਆ। ਨੈਕਸਟ ਹੈ ਇਸ ਤੋਂ ਐਪਲੀਕੇਸ਼ਨਸ ਆਫ ਸਿੰਕਰੋਨਸ ਮੋਟਰ। ਤਾਂ ਹੁਣ ਆਪਾਂ ਨੇ ਦੇਖਿਆ ਹੀ ਹੈ ਮਕੈਨੀਕਲ ਲੋਡ ਚਲਾਉਣ ਲਈ ਯੂਜ਼ ਹੁੰਦੀ ਹੈ। ਫਿਰ ਪਾਵਰ ਫੈਕਟਰ ਕਿੱਥੇ ਕਿੱਥੇ ਇੰਪਰੂਵ ਕਰਦੇ ਹਾਂ ਇਹਦੇ ਨਾਲ ਅਸੀਂ? ਲਾਰਜ ਇੰਡਸਟਰੀਜ਼ ਦੇ ਵਿੱਚ ਜਿੱਥੇ ਲੈਗਿੰਗ ਪਾਵਰ ਫੈਕਟਰ ਵਾਲਾ ਲੋਡ ਹੁੰਦਾ ਹੈ। ਲੈਗਿੰਗ ਪਾਵਰ ਫੈਕਟਰ ਵਾਲਾ ਲੋਡ ਹੈ ਜਿੱਦਾਂ ਆਰਕ ਫਰਨਿਸ ਹੈ, ਇੰਡਕਸ਼ਨ ਮੋਟਰਸ ਨੇ, ਬਾਕੀ ਤਕਰੀਬਨ ਮੋਸਟਲੀ ਲੋਡ ਜਿਹੜੇ ਨੇ ਉਹ ਲੈਗਿੰਗ ਪਾਵਰ ਫੈਕਟਰ ਦੇ ਹੈ। ਤਾਂ ਇਹ ਮੋਟਰ ਅਸੀਂ ਲਗਾ ਲੈਂਦੇ ਹਾਂ। ਇਨ ਐਡੀਸ਼ਨ ਦਾ ਇਹ ਲੀਡਿੰਗ ਪਾਵਰ ਫੈਕਟਰ ਤੇ ਕਰੰਟ ਡਰॉ ਕਰਦੀ ਹੈ ਤੇ ਪਾਵਰ ਫੈਕਟਰ ਇੰਪਰੂਵ ਹੋ ਜਾਂਦਾ। ਇਸੇ ਤਰ੍ਹਾਂ ਸਬ ਸਟੇਸ਼ਨ ਤੇ ਵੀ ਪਾਵਰ ਫੈਕਟਰ ਇੰਪਰੂਵ ਕਰਨ ਲਈ ਇਹਨੂੰ ਯੂਜ਼ ਕਰਦੇ ਹਾਂ ਅਸੀਂ। ਟਰਾਂਸਮਿਸ਼ਨ ਲਾਈਨ ਦੇ ਰਿਸੀਵਿੰਗ ਐਂਡ ਤੇ ਉੱਥੇ ਵੀ ਅਸੀਂ ਇਹਦਾ ਯੂਜ਼ ਕਰਦੇ ਹਾਂ ਪਾਵਰ ਫੈਕਟਰ ਇੰਪਰੂਵਮੈਂਟ ਕਰਨ ਦੇ ਲਈ। ਇਨ ਐਡੀਸ਼ਨ ਇਹ ਮਕੈਨੀਕਲ ਲੋਡ ਨੂੰ ਡਰਾਈਵ ਕਰਨ ਲਈ ਕੰਮ ਆਉਂਦੀ ਹੈ। ਕਿੱਥੇ? ਜਿੱਦਾਂ ਸੈਂਟਰੀਫਿਊਗਲ ਪੰਪ ਦੇ ਵਿੱਚ, ਸੈਂਟਰੀਫਿਊਗਲ ਫੈਨ, 에ਅਰ ਕੰਪਰੈਸਰ, ਮੋਟਰ ਜਨਰੇਟਰ ਸੈੱਟ ਤੇ ਬਲੋਅਰ ਵਗੈਰਾ। ਕਿਹੜੀਆਂ ਇੰਡਸਟਰੀ ਯੂਜ਼ ਹੁੰਦੀ ਹੈ? ਮੋਸਟਲੀ ਟੈਕਸਟਾਈਲ ਮਿਲਸ ਦੇ ਵਿੱਚ, ਸੀਮੈਂਟ ਫੈਕਟਰੀ 'ਚ, ਮਾਈਨਿੰਗ ਇੰਡਸਟਰੀ 'ਚ ਤੇ ਰਬੜ ਮਿਲ ਦੇ ਵਿੱਚ।
ਜਾਂ ਕੋਈ ਵੀ ਐਪਲੀਕੇਸ਼ਨ ਜਿੱਥੇ ਸਾਨੂੰ ਕੌਨਸਟੈਂਟ ਸਪੀਡ ਚਾਹੀਦੀ ਹੈ, ਅਸੀਂ ਇਹ ਮੋਟਰ ਯੂਜ਼ ਕਰਦੇ ਹਾਂ ਫॉर ਕੌਨਸਟੈਂਟ ਸਪੀਡ। ਇਜ਼ ਇਟ ਓਕੇ? ਹੈਲੋ। ਅੱਛਾ, ਹੁਣ ਇੱਕ ਗੱਲ ਆਪਾਂ ਹੋਰ ਡਿਸਕਸ ਕਰਨੀ ਹੈ ਇਹਦੇ 'ਚ ਖਾਸ ਜਿਹੜੀ ਇਸ ਮੋਟਰ ਦੀ ਹੈ ਕਿ ਪਾਵਰ ਫੈਕਟਰ ਇੰਪਰੂਵ ਕਰਨ ਲਈ ਅਸੀਂ ਕਪੈਸਟਰ ਬੈਂਕ ਨਾਲ ਵੀ ਕਰ ਲੈਂਦੇ ਹਾਂ, ਮੋਟਰ ਨਾਲ ਵੀ ਕਰ ਲੈਂਦੇ ਹਾਂ। ਇਹਨਾਂ ਦੋਨਾਂ 'ਚ ਕੀ ਫਰਕ ਹੋਏਗਾ? ਸੋਚੋ, ਥੋੜਾ ਜਿਹਾ ਜਵਾਬ ਦਿਓ ਵਾਪਸ ਕਿ ਜੇ ਅਸੀਂ ਪਾਵਰ ਫੈਕਟਰ ਇੰਪਰੂਵ ਕਰੀਏ ਸਿੰਕਰੋਨਸ ਮੋਟਰ ਨਾਲ, ਪਾਵਰ ਫੈਕਟਰ ਇੰਪਰੂਵ ਕਰੀਏ ਕਪੈਸਟਰ ਦੇ ਨਾਲ, ਦੋਨਾਂ 'ਚ ਕੀ ਫਰਕ ਹੋਏਗਾ? ਹਾਂਜੀ, ਕੋਈ ਆਈਡੀਆ? ਹੈਲੋ। ਇਹ ਤੁਹਾਡੀ ਆਵਾਜ਼ ਨਹੀਂ ਵਾਪਸ ਆ ਰਹੀ। ਮੈਂ ਕੁਐਸਚਨ ਪੁੱਛਿਆ ਹੈ ਕਿ ਜੇ ਮੋਟਰ ਸਿੰਕਰੋਨਸ ਮੋਟਰ ਯੂਜ਼ ਕਰਕੇ ਅਸੀਂ ਪਾਵਰ ਫੈਕਟਰ ਇੰਪਰੂਵ ਕਰ ਰਹੇ ਹਾਂ ਜਾਂ ਅਸੀਂ ਕਰ ਰਹੇ ਹਾਂ ਕਪੈਸਟਰ ਯੂਜ਼ ਕਰਕੇ, ਦੋਨਾਂ ਦੇ ਵਿੱਚ ਕੀ ਖਾਸ ਫਰਕ ਆਏਗਾ? ਨੋ ਆਈਡੀਆ? ਅੱਛਾ, ਹਾਂ, ਹੁਣ ਖਾਸ ਗੱਲ ਜਿਹੜੀ ਸਮਝੋ ਇਹ ਕੀ ਹੈ ਕਿ ਜਿਹੜਾ ਕਪੈਸਟਰ ਹੈ ਉਹਦੇ 'ਚ ਕਿੰਨੇ ਡਿਗਰੀ ਤੇ ਕਰੰਟ ਹੁੰਦਾ ਹੈ? ਹਮੇਸ਼ਾ 90 ਡਿਗਰੀ ਲੀਡਿੰਗ, ਠੀਕ ਹੈ। ਤੇ ਮੋਟਰ ਕਿੰਨਾ ਕਰੰਟ ਲੈ ਸਕਦੀ ਹੈ? 90 ਡਿਗਰੀ ਵੀ ਹੋ ਸਕਦਾ ਹੈ, 0 ਡਿਗਰੀ ਵੀ ਹੋ ਸਕਦਾ ਹੈ, ਲੈਗਿੰਗ ਵੀ ਹੋ ਸਕਦਾ ਹੈ, ਲੀਡਿੰਗ ਵੀ ਹੋ ਸਕਦਾ, ਕੋਈ ਵੀ ਪਾਵਰ ਫੈਕਟਰ ਤੇ ਲੈ ਸਕਦੀ ਹੈ। ਤਾਂ ਇਹਦਾ ਲੈਗ ਜਾਂ ਲੀਡ ਆਪਾਂ ਇਹਦੇ ਫੀਲਡ ਕਰੰਟ ਨੂੰ ਚੇਂਜ ਕਰਕੇ ਚੇਂਜ ਕਰ ਸਕਦੇ ਹਾਂ, ਕੰਪੈਸਟਰ ਦਾ ਨਹੀਂ ਚੇਂਜ ਕਰ ਸਕਦੇ। ਤਾਂ ਆਪਾਂ ਨੂੰ ਘੱਟ ਲੈਗਿੰਗ ਚਾਹੀਦਾ ਹੈ ਇੰਪਰੂਵ ਕਰਨ ਲਈ, ਘੱਟ ਲੈਗਿੰਗ ਤੋਂ ਵੱਧ ਲੈਗਿੰਗ ਤੇ ਲਿਜਾਣਾ ਹੈ, ਜਾਂ ਅਸੀਂ ਵੱਧ ਤੋਂ ਘੱਟ ਤੇ ਲਿਆਣਾ, ਦੋਨੋਂ ਕੇਸ ਮੋਟਰ ਦੇ ਵਿੱਚ ਕਰ ਸਕਦੇ ਹਾਂ। ਇਹਦੀ ਇੱਕ ਐਗਜ਼ਾਮਪਲ ਲੈਂਦੇ ਆਪਾਂ ਬੜੀ ਵਧੀਆ, ਜਿਸ ਤਰ੍ਹਾਂ ਇੱਥੇ ਲਿਖਿਆ ਹੈ ਟੂ ਕੰਟਰੋਲ ਦਾ ਵੋਲਟੇਜ ਐਟ ਦਾ ਐਂਡ ਆਫ ਟਰਾਂਸਮਿਸ਼ਨ ਲਾਈਨਸ। ਟਰਾਂਸਮਿਸ਼ਨ ਲਾਈਨ ਤੇ ਜਦੋਂ ਬਹੁਤ ਜ਼ਿਆਦਾ ਹੈਵੀ ਲੋਡ ਹੁੰਦਾ ਤਾਂ ਲੋਡ ਜਨਰਲੀ ਇਹ ਕੰਸਿਡਰ ਕਰਕੇ ਚੱਲਣਾ ਆਪਾਂ ਨੇ ਕਿ ਲੈਗਿੰਗ ਪਾਵਰ ਫੈਕਟਰ ਵਾਲਾ ਹੀ ਹੁੰਦਾ। ਤਾਂ ਉਸ ਵੇਲੇ ਅਸੀਂ ਸਿੰਕਰੋਨਸ ਮੋਟਰ ਨੂੰ ਲੀਡਿੰਗ ਪਾਵਰ ਫੈਕਟਰ ਤੇ ਚਲਾਵਾਂਗੇ। ਕਿੰਨੇ ਲੀਡਿੰਗ ਤੇ? ਜਿੰਨਾ ਸਾਨੂੰ ਚਾਹੀਦਾ ਹੈ, ਤਾਂ ਕਿ ਪਾਵਰ ਫੈਕਟਰ ਯੂਨਿਟੀ ਦੇ ਨੇੜੇ ਆ ਜਾਵੇ, ਠੀਕ ਹੈ। ਅੱਛਾ, ਦੂਸਰਾ, ਜਦੋਂ ਲਾਈਨਾਂ ਦੇ ਉੱਤੇ ਲੋਡ ਘਟ ਗਿਆ, ਜਦ ਟਰਾਂਸਮਿਸ਼ਨ ਲਾਈਨਾਂ ਤਕਰੀਬਨ ਨੋ ਲੋਡ ਦੇ ਨੇੜੇ ਚੱਲ ਰਹੀਆਂ, ਉਸ ਵੇਲੇ ਕੀ ਹਾਲ ਹੋਏਗਾ? ਕਿਉਂਕਿ ਲਾਈਨਾਂ ਦਾ ਕਪੈਸਿਟੈਂਸ ਬਹੁਤ ਜ਼ਿਆਦਾ ਹੁੰਦਾ ਹੈ, ਪਾਵਰ ਦੇ ਵਿੱਚ ਪੜ੍ਹਿਆ ਤੁਸੀਂ, ਤਾਂ ਉਸ ਵੇਲੇ ਕਰੰਟ ਜਿਹੜਾ ਉਹ ਲੀਡਿੰਗ ਹੋ ਜਾਂਦਾ ਜ਼ਿਆਦਾ। ਤੇ ਜੇ ਅਸੀਂ ਕੰਡੈਂਸਰ ਵੀ ਲਾ ਦਈਏ ਪਾਵਰ ਫੈਕਟਰ ਇੰਪਰੂਵਮੈਂਟ ਵਾਲੇ ਲਾਏ ਹੋਣ ਤਾਂ ਹੋਰ ਜ਼ਿਆਦਾ ਲੀਡਿੰਗ ਹੋ ਜਾਏਗਾ। ਤਾਂ ਇਹਦਾ ਮਤਲਬ ਹੈ ਪਾਵਰ ਫੈਕਟਰ ਸਾਡਾ ਹੋਰ ਪੂਅਰ ਹੋ ਜਾਏਗਾ। ਤਾਂ ਇਸ ਕੇਸ 'ਚ ਅਸੀਂ ਕੀ ਕਰਦੇ ਹਾਂ, ਮੋਟਰ ਨੂੰ ਅਸੀਂ ਲੈਗਿੰਗ ਪਾਵਰ ਫੈਕਟਰ ਤੇ ਚਲਾ ਸਕਦੇ ਹਾਂ। ਜਦੋਂ ਟਰਾਂਸਮਿਸ਼ਨ ਲਾਈਨਾਂ ਤੇ ਬਹੁਤ ਲਾਈਟ ਲੋਡ ਹੈ ਉਸ ਵੇਲੇ ਅਸੀਂ ਇਹਨੂੰ ਲੈਗਿੰਗ ਪਾਵਰ ਫੈਕਟਰ ਤੇ ਚਲਾਵਾਂਗੇ। ਜਦੋਂ ਟਰਾਂਸਮਿਸ਼ਨ ਲਾਈਨਾਂ ਤੇ ਫੁੱਲ ਲੋਡ ਹੈ ਉਦੋਂ ਅਸੀਂ ਇਹਨੂੰ ਲੀਡਿੰਗ ਪਾਵਰ ਫੈਕਟਰ ਚਲਾਵਾਂਗੇ। ਮਤਲਬ ਦੋਨੋਂ ਤਰ੍ਹਾਂ ਦੇ ਪਾਵਰ ਫੈਕਟਰ ਕੰਟਰੋਲ ਕਰ ਸਕਦੀ ਹੈ ਮੋਟਰ, ਲੈਗਿੰਗ ਵਾਲੇ ਨੂੰ ਵੀ ਇੰਪਰੂਵ ਕਰ ਸਕਦੀ ਹੈ, ਲੀਡਿੰਗ ਵਾਲੇ ਨੂੰ ਵੀ ਇੰਪਰੂਵ ਕਰ ਸਕਦੀ ਹੈ। ਇਹ ਡਿਫਰੈਂਸ ਹੈ। ਤੇ ਜਿਹੜਾ ਕਪੈਸਟਰ ਹੈ ਉਹ ਸਿਰਫ ਲੈਗਿੰਗ ਲੋਡ ਨੂੰ ਪਾਵਰ ਫੈਕਟਰ ਨੂੰ ਇੰਪਰੂਵ ਕਰ ਸਕਦੇ ਹਾਂ ਅਸੀਂ, ਕਿਉਂਕਿ ਉਹ ਲੀਡਿੰਗ ਕਰੰਟ ਹੀ ਲੈਂਦਾ, ਲੈਗਿੰਗ ਨਹੀਂ ਲੈ ਸਕਦਾ। ਸਮਝ ਆ ਗਿਆ ਦੋਨਾਂ ਦੇ ਵਿੱਚ ਡਿਫਰੈਂਸ? ਓਕੇ, ਚਲੋ ਨੈਕਸਟ ਟੌਪਿਕ ਦੇਖਦੇ ਹਾਂ ਆਪਾਂ ਇਸ ਤੋਂ ਅਗਲਾ। ਨੈਕਸਟ ਹੈ ਵੀ ਹੁਣ ਤੱਕ ਆਪਾਂ ਗੱਲ ਕਰਦੇ ਆਏ ਹਾਂ ਵੀ ਮੋਟਰ ਜਿਹੜੀ ਹੈ ਉਹ ਸੈਲਫ ਸਟਾਰਟਿੰਗ ਨਹੀਂ ਹੈਗੀ। ਇਹ ਕਰੈਕਟਰਿਸਟਿਕ ਆਪਾਂ ਬਾਰ-ਬਾਰ ਪੜ੍ਹਿਆ। ਹੁਣ ਕੁਐਸਚਨ ਹੈ ਵੀ ਇਹਨੂੰ ਫਿਰ ਸਟਾਰਟ ਕਿਵੇਂ ਕਰਦੇ ਆ। ਇਸ ਟੌਪਿਕ ਦੇ ਵਿੱਚ ਆਪਾਂ ਪੜਾਂਗੇ ਸਟਾਰਟਿੰਗ ਮੈਥਡ ਆਫ ਦਾ ਮੋਟਰ, ਕਿਹੜੇ-ਕਿਹੜੇ ਮੈਥਡ ਨਾਲ ਸਟਾਰਟ ਕਰਦੇ ਆ। ਦੋ ਮੈਥਡ ਨੇ, ਪਹਿਲਾ ਹੈ ਬਾਈ ਮੀਨਸ ਆਫ ਐਗਜ਼ਿਲਰੀ ਮੋਟਰ, ਜਾਂ ਇਹਨੂੰ ਕਹਿੰਦੇ ਪੋਨੀ ਮੋਟਰ, PONY ਪੋਨੀ। ਦੂਸਰਾ ਨਾਂ ਇਹਦਾ ਕਿਤੇ ਐਗਜ਼ਾਮ 'ਚ ਆ ਜਾਏ, ਕਨਫਿਊਜ਼ ਨਹੀਂ ਹੋਣਾ, PONY ਪੋਨੀ ਮੋਟਰ, ਠੀਕ ਹੈ। ਆਕਸਿਲਰੀ ਮੋਟਰ ਜਾਂ ਪੋਨੀ ਮੋਟਰ, ਇਹ ਕੀ ਹੁੰਦੀ ਹੈ ਆਕਸਿਲਰੀ ਜਾਂ ਪੋਨੀ ਮੋਟਰ, ਇਹਨੂੰ ਸਮਝ ਲੈਣਾ ਹੁਣ
कि आ मोटर अपने को सिंक्रोनस मोटर है जिन्हों असी स्टार्ट करना है। सिंक्रोनस मोटर में 3 फेज AC सप्लाई लगाने आप थ्रू स्विच लगा दी तो DC सप्लाई ये स्लिप रिंग के थ्रू आप फील्ड में दिने DC सप्लाई लगाई है। तो 2 सप्लाइयां होंदियां हमेशा सिंक्रोनस मोटर दी। इंडक्शन मोटर की जिवें एको पासे स्टेटर में सप्लाई दिने तो स्टेटर में 3 फेज AC दिने तो रोटर में DC सप्लाई दिने। ठीक है। अल्टरनेटर की होंदा है, अल्टरनेटर ਦੇ ਵਿੱਚ ਅਸੀਂ ਇਹਨੂੰ ਰੋਟੇਟ ਕਰ ਦਿੰਦੇ ਆ। ਇੱਧਰ ਅਸੀਂ DC ਸਪਲਾਈ ਦੇਤੀ ਫੀਲਡ ਨੂੰ ਤੇ ਇੱਥੋਂ AC ਆਊਟਪੁੱਟ ਮਿਲ ਜਾਂਦਾ। ਉਹੀ ਮਸ਼ੀਨ ਹੋਵੇ ਜੇ। ਤਾਂ ਹੁਣ ਜਦੋਂ ਇਹਨੂੰ ਸਟਾਰਟ ਕਰਨਾ ਕੀ ਕਰਨਾ, ਇਹਦੀ ਸੇਮ ਸ਼ਾਫਟ ਤੇ ਜਿਹੜੀ ਸ਼ਾਫਟ ਆ ਲੋਡ ਚਲਾ ਰਹੀ ਹੈ ਉਹਦੇ ਉੱਤੇ ਅਸੀਂ ਇੱਕ ਨਾਲ ਇੱਕ ਹੋਰ ਮੋਟਰ ਲਾ ਦੇਣੀ ਹੈ। ਇੰਡਕਸ਼ਨ ਮੋਟਰ ਛੋਟੀ ਜਿਹੀ ਲਗਾ ਲਈ, ਸਮਾਲ ਸਾਈਜ਼ ਦੀ। ਇਹਦਾ ਕੰਮ ਕੀ ਹੈ, ਸਿਰਫ ਇਹਨੂੰ ਸਟਾਰਟ ਕਰਨਾ। ਇਸ ਮੋਟਰ ਦਾ ਕੰਮ ਹੈ ਇਹਨੂੰ ਸਟਾਰਟ ਕਰਨਾ। ਸਪੋਜ਼ ਕਰ ਲਓ 3 ਫੇਸ ਇੰਡਕਸ਼ਨ ਮੋਟਰ ਲਗਾ ਲਈ ਅਸੀਂ ਸਮਾਲ ਸਾਈਜ਼ ਦੀ। ਇਹ ਮੋਟਰ ਮੰਨ ਲਓ 1000 ਹਾਰਸ ਪਾਵਰ ਦੀ ਹੈ, ਇਹ 2-3 ਹਾਰਸ ਪਾਵਰ ਦੀ ਲੱਗ ਜੂਗੀ ਸਿਰਫ ਸਟਾਰਟ ਕਰਨ ਵਾਸਤੇ। ਇੱਥੋਂ ਇਹਨੂੰ ਵੀ 3 ਫੇਸ ਸਪਲਾਈ ਦੇਤੀ ਤਾਂ ਇਹ ਤਾਂ ਸੈਲਫ ਸਟਾਰਟਿੰਗ ਹੈ। ਇੰਡਕਸ਼ਨ ਮੋਟਰ ਕੀ ਹੈ, ਸੈਲਫ ਸਟਾਰਟਿੰਗ ਹੈ। ਇਹਨੂੰ ਜਿਵੇਂ ਅਸੀਂ ਸਪਲਾਈ ਔਨ ਕਰਾਂਗੇ, ਇੱਥੇ ਸਵਿਚ ਲਗਾ ਦਾਂਗੇ ਇਹਦੇ ਰਸਤੇ 'ਚ ਵੀ, ਤਾਂ ਇਹ ਮੋਟਰ ਸਾਡੀ ਸਟਾਰਟ ਹੋ ਜਾਏਗੀ, ਇਹਨੂੰ ਵੀ ਘੁਮਾਉਣ ਲੱਗ ਜਾਏਗੀ। ਠੀਕ ਹੈ। ਜਦੋਂ ਇਹ ਸਿੰਕਰੋਨਸ ਸਪੀਡ ਦੇ ਨੇੜੇ ਪਹੁੰਚੇਗੀ, ਇੰਡਕਸ਼ਨ ਮੋਟਰ ਦੀ ਸਪੀਡ ਇਜ ਜਸਟ ਬਿਲੋ ਦਾ ਸਿੰਕਰੋਨਸ ਸਪੀਡ, ਉਸ ਵੇਲੇ ਅਸੀਂ DC ਸਪਲਾਈ ਦੀ ਸਵਿਚ ਔਨ ਕਰ ਦਾਂਗੇ ਤਾਂ ਇਹ ਸਿੰਕਰੋਨਸ ਸਪੀਡ ਤੇ ਚੱਲਣ ਲੱਗ ਜਾਏਗੀ, ਇੱਕਦਮ ਸਿੰਕਰੋਨਸ ਸਪੀਡ ਪਿਕਅਪ ਕਰ ਲੇਗੀ। ਉਸ ਵੇਲੇ ਫਿਰ ਅਸੀਂ ਇਸ ਮੋਟਰ ਦੀ ਸਪਲਾਈ ਜਿਹੜੀ ਹੈ ਉਹਨੂੰ ਅਸੀਂ ਕੱਟ ਕਰ ਸਕਦੇ ਹਾਂ, ਇੰਡਕਸ਼ਨ ਮੋਟਰ ਦੀ। ਇਹਦੀ ਲੋੜ ਨਹੀਂ ਫਿਰ ਸਪਲਾਈ ਦੇਣ ਦੀ, ਇਹ ਮੋਟਰ ਫਿਰ ਆਈਡੀਅਲੀ ਨਾਲ ਨਾਲ ਘੁੰਮਦੀ ਰਹੇਗੀ ਇਸ ਤੇ। ਇਜ਼ ਇਟ ਓਕੇ? ਹਾਂ, ਫਿਰ ਇੱਕ ਵਾਰੀ ਦੱਸ ਦਿੰਦੇ ਹਾਂ, ਇਹ ਜਿਹੜੀ ਆਹ ਮੋਟਰ ਅਸੀਂ ਐਕਸਟਰਾ ਲਗਾਈ ਹੈ ਇਹਨੂੰ ਅਸੀਂ ਆਕਸਿਲਰੀ ਮੋਟਰ ਜਾਂ ਪੋਨੀ ਮੋਟਰ ਕਹਿੰਦੇ, ਵਾਧੂ ਲਗਾਈ ਹੈ ਆਪਾਂ ਨੇ। ਅਸਲ ਮੋਟਰ ਸਾਡੀ ਇਹ ਹੈ ਸਿੰਕਰੋਨਸ ਮੋਟਰ। ਸਿੰਕਰੋਨਸ ਮੋਟਰ ਕਿਉਂਕਿ ਸੈਲਫ ਸਟਾਰਟਿੰਗ ਨਹੀਂ ਹੈ, ਆਪਣੇ ਆਪ ਇਹਨੇ ਸਟਾਰਟ ਨਹੀਂ ਹੋਣਾ। ਜੇ ਇੱਥੋਂ ਅਸੀਂ ਇਹਨੂੰ 3 ਫੇਜ਼ ਸਪਲਾਈ ਦੇ ਦਈਏ, ਇੱਧਰੋਂ DC ਸਪਲਾਈ ਦੇ ਦਈਏ ਤਾਂ ਇਹਨੇ ਸਟਾਰਟ ਨਹੀਂ ਹੋਣਾ। ਤਾਂ ਅਸੀਂ ਸਟਾਰਟ ਕਰਨ ਲਈ ਕੀ ਕੀਤਾ, ਇਹਦੀ ਸ਼ਾਫਟ ਤੇ ਇੱਕ ਛੋਟੀ ਜਿਹੀ ਮੋਟਰ ਹੋਰ ਲਗਾਤੀ, ਉਹਨੂੰ ਕਹਿਤਾ ਆਕਸਿਲਰੀ ਮੋਟਰ ਜਾਂ ਪੋਨੀ ਮੋਟਰ। ਠੀਕ। ਇਸ ਮੋਟਰ ਨੂੰ ਜਦੋਂ ਅਸੀਂ 3 ਫੇਜ਼ ਸਪਲਾਈ ਦੇਵਾਂਗੇ, ਇਹ ਸੈਲਫ ਸਟਾਰਟਿੰਗ ਹੈ। ਇਹ ਮੋਟਰ ਇਹੋ ਜਿਹੀ ਲਾਵਾਂਗੇ ਜਿਹੜੀ ਆਪਣੇ ਆਪ ਸਟਾਰਟ ਹੋ ਜਾਏ। ਇਹ ਸੈਲਫ ਸਟਾਰਟਿੰਗ ਹੈ ਤਾਂ ਇਹ ਰੋਟੇਟ ਕਰਨਾ ਸ਼ੁਰੂ ਕਰ ਦੇਗੀ। ਤਾਂ ਉਸ ਵੇਲੇ ਜਦੋਂ ਇਹਦੀ ਸਪੀਡ ਜਿਹੜੀ ਹੈ ਨੇੜੇ ਤੇੜੇ ਪਹੁੰਚ ਜਾਏਗੀ ਆਪਣੀ ਫੁੱਲ ਸਪੀਡ ਦੇ, ਤਾਂ ਉਸ ਵੇਲੇ ਅਸੀਂ DC ਸਪਲਾਈ ਔਨ ਕਰ ਦਿਆਂਗੇ ਫੀਲਡ ਵਾਈਂਡਿੰਗ। ਤਾਂ ਆਹ ਮੋਟਰ ਜਿਹੜੀ ਹੈ ਸਿੰਕਰੋਨਸ ਸਪੀਡ ਤੇ ਚੱਲਣਾ ਸ਼ੁਰੂ ਕਰ ਦੇਗੀ। ਪਹਿਲਾਂ ਕਿਉਂ ਨਹੀਂ ਸੀ ਚੱਲਦੀ ਇਹ, ਕਿਉਂਕਿ ਇਨਰਸ਼ੀਆ ਕਰਕੇ ਇੱਕਦਮ ਰੋਟਰ ਸਪੀਡ ਪਿਕਅਪ ਨਹੀਂ ਕਰ ਸਕਦਾ। ਇਹ ਆਪਾਂ ਪੜ੍ਹਿਆ ਸੀਗਾ ਪ੍ਰਿੰਸੀਪਲ ਜਦੋਂ ਇਹਦਾ ਡਿਸਕਸ ਕੀਤਾ। ਠੀਕ। ਤਾਂ ਹੁਣ ਇਨਰਸ਼ੀਆ ਦਾ ਪ੍ਰੋਬਲਮ ਜਿਹੜੀ ਉਹ ਕੌਣ ਸੋਲਵ ਕਰੇਗਾ, ਆਹ ਆਕਸਿਲਰੀ ਮੋਟਰ। ਇਹਨੇ ਰੋਟੇਟ ਕਰਨ ਲਾ ਦੇਣਾ ਇਹਨੂੰ। ਰੋਟੇਟ ਕਰਦੇ ਹੋਏ ਨੂੰ ਜਦੋਂ ਇੱਥੇ AC ਸਪਲਾਈ ਮਿਲੀ ਹੋਈ ਹੈ ਤੇ ਇੱਥੇ DC ਮਿਲੀ ਹੈ ਤਾਂ ਫਿਰ ਇਹਨੇ ਸਪੀਡ ਪਿਕਅਪ ਕਰ ਲੈਣੀ। ਇਜ਼ ਇਟ ਓਕੇ? ਇਹ ਹੋ ਗਿਆ ਇੱਕ ਮੈਥਡ ਯੂਜ਼ਿੰਗ ਪੋਨੀ ਮੋਟਰ। ਬਹੁਤ ਲਾਰਜ ਸਾਈਜ਼ ਦੀਆਂ ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਸਟਾਰਟ ਕਰਨ ਵਾਸਤੇ ਆਪਾਂ ਇਹ ਮੈਥਡ ਜਿਹੜਾ ਇਹਨੂੰ ਯੂਜ਼ ਕਰਦੇ ਹਾਂ। ਪਰ ਇਹ ਮੋਟਰ ਆਪਾਂ ਨੂੰ ਲੱਗਦਾ ਇਹ ਮੈਥਡ ਕੋਈ ਬਹੁਤਾ ਵਧੀਆ ਨਹੀਂ ਹੈ, ਕਿਉਂਕਿ ਇਹਦੇ ਵਿੱਚ ਦੇਖੋ ਇੱਕ ਤਾਂ ਸ਼ਾਫਟ ਕਿੰਨੀ ਲੰਬੀ ਹੋ ਜਾਏਗੀ। ਪਹਿਲਾਂ ਅਸੀਂ ਪੋਨੀ ਮੋਟਰ ਲਗਾਈ, ਫਿਰ ਉਹਦੇ ਸ਼ਾਫਟ ਨਾਲ ਕਪਲ ਕੀਤੀ ਮੇਨ ਮੋਟਰ, ਫਿਰ ਇਸ ਮੇਨ ਮੋਟਰ ਦੇ ਨਾਲ ਇੱਧਰ ਲੋਡ ਵੀ ਲਗਾਉਣਾ ਅਸੀਂ, ਲੌਂਗ ਸ਼ਾਫਟ ਹੋ ਜਾਏਗੀ ਇਹਦੀ। ਤੇ ਇੱਕ ਦੀ ਜਗ੍ਹਾ ਤੇ 2 ਮੋਟਰਾਂ ਲਗਾ ਰਹੇ ਹਾਂ, ਜਗ੍ਹਾ ਵੀ ਜ਼ਿਆਦਾ ਰੋਕਣਗੀਆਂ, ਕਾਸਟ ਵੀ ਜ਼ਿਆਦਾ ਹੋਏਗੀ, ਰਾਈਟ। ਤਾਂ ਬਹੁਤਾ ਐਡਵਾਂਟੇਜਸ ਮੈਥਡ ਨਹੀਂ ਹੈ। ਤਾਂ ਹੋਰ ਮੈਥਡ ਕਿਹੜਾ ਆਪਾਂ ਯੂਜ਼ ਕਰ ਸਕਦੇ ਹਾਂ ਉਹ ਡਿਸਕਸ ਕਰਦੇ ਹਾਂ। ਪਹਿਲਾ ਹੋ ਗਿਆ ਬਾਈ ਮੀਨਸ ਆਫ ਆਕਸਿਲਰੀ ਮੋਟਰ। ਸੈਕੰਡ ਮੈਥਡ ਇਹਨੂੰ ਕਹਿੰਦੇ ਹਾਂ ਅਸੀਂ ਸੈਲਫ ਸਟਾਰਟਿੰਗ ਮੈਥਡ, ਜਾਂ ਅਸੀਂ ਇਹਨੂੰ ਕਹਿੰਦੇ ਹਾਂ ਯੂਜ਼ਿੰਗ ਡੈਂਪਰ ਵਾਈਂਡਿੰਗ। ਡੈਂਪਰ ਵਾਈਂਡਿੰਗ ਆਪਾਂ ਕੰਸਟਰਕਸ਼ਨ ਵੇਲੇ ਪੜ੍ਹੀਆਂ ਸੀ। ਇਹ ਵਾਈਂਡਿੰਗ ਦੀ ਹੈਲਪ ਦੇ ਨਾਲ ਵੀ ਆਪਾਂ ਮੋਟਰ ਨੂੰ ਸਟਾਰਟ ਕਰ ਸਕਦੇ। ਇਹਦੇ ਵਿੱਚ ਕੀ ਕਰਦੇ ਹਾਂ, ਜਿਹੜੇ ਮੋਟਰ ਦੇ ਫੀਲਡ ਦੇ ਪੋਲ ਨੇ, ਆ ਫੀਲਡ ਦਾ ਇੱਕ ਪੋਲ ਦਿਖਾਇਆ ਹੋਇਆ, ਫੀਲਡ ਦੀਆਂ ਵਾਈਂਡਿੰਗਸ ਨੇ, ਇਹ ਕੋਰ ਹੈ ਉਸਦੀ, ਇਹ ਪੋਲ ਸ਼ੂ ਹੈ। ਪੋਲ ਸ਼ੂ ਦੇ ਵਿੱਚ ਅਸੀਂ ਇੱਥੇ ਜਿਵੇਂ ਇੰਡਕਸ਼ਨ ਮੋਟਰ ਦੇ ਰੋਟਰ 'ਚ ਹੁੰਦੇ ਆ ਸਲੋਟ ਕੱਟੇ ਹੁੰਦੇ ਆ, ਸਲੋਟ ਕੱਟੇ ਹੋਏ ਨੇ, ਔਰ ਇਹਨਾਂ ਦੇ ਵਿੱਚ ਅਸੀਂ ਕੰਡਕਟਰਸ ਇਨਸਰਟ ਕਰ ਦਿੰਦੇ ਹਾਂ ਸੋਲਿਡ, ਰੈਕਟੈਂਗੂਲਰ ਜਾਂ ਸਰਕੂਲਰ ਕ੍ਰਾਸ ਸੈਕਸ਼ਨ ਦੇ, ਔਰ ਉਹਨਾਂ ਸਾਰਿਆਂ ਨੂੰ ਫਿਰ ਆਪਸ ਵਿੱਚ ਹੀ ਸ਼ਾਰਟ ਸਰਕਟ ਕਰ ਦਿੰਦੇ। ਇਸ ਸਿਰੇ ਤੋਂ ਵੀ ਜਿਹੜਾ ਦੂਜਾ ਸਿਰਾ ਇਹਦਾ ਹੋਏਗਾ ਉੱਧਰਲੇ ਪਾਸਿਓਂ ਵੀ। ਤਾਂ ਕੰਡਕਟਰ ਅਸੀਂ ਕਿੱਥੇ ਰੱਖੇ ਨੇ,
पोल शू ਦੇ ਵਿੱਚ ਕੰਡਕਟਰਸ ਰੱਖ ਲਏ ਔਰ ਇਹਨਾਂ ਨੂੰ ਦੋਨੋਂ ਸਿਰਿਆਂ ਤੋਂ ਸ਼ਾਰਟ ਸਰਕਟ ਕਰਤਾ। ਪੋਲ ਸ਼ੂ ਦੇ ਅੰਦਰ ਅਸੀਂ ਕੰਡਕਟਰਸ ਰੱਖ ਲਏ ਔਰ ਇਹਨਾਂ ਨੂੰ ਦੋਨੋਂ ਸਿਰਿਆਂ ਤੋਂ ਸ਼ਾਰਟ ਕਰਤਾ ਤਾਂ ਇਹਨਾਂ ਵਾਈਂਡਿੰਗ ਦਾ ਨਾਮ ਰੱਖਤਾ ਸੀ ਡੈਂਪਰ ਵਾਈਂਡਿੰਗ। ਇਜ਼ ਇਟ ਓਕੇ? ਹੈਲੋ। ਅੱਛਾ, ਹੁਣ ਆਪਾਂ ਨੇ ਇਹ ਦੇਖਣਾ ਵੀ ਡੈਂਪਰ ਵਾਈਂਡਿੰਗ ਸਟਾਰਟਿੰਗ ਟਾਰਕ ਕਿਵੇਂ ਦੇਣਗੀਆਂ ਹਨਾ। ਡੈਂਪਰ ਵਾਈਂਡਿੰਗ ਦੀ ਹੈਲਪ ਦੇ ਨਾਲ ਆਪਾਂ ਸਟਾਰਟਿੰਗ ਟਾਰਕ ਕਿਸ ਤਰ੍ਹਾਂ ਲੈ ਸਕਦੇ ਹਾਂ, ਇਹ ਆਪਾਂ ਡਿਸਕਸ ਕਰਨਾ। ਡੈਂਪਰ ਵਾਈਂਡਿੰਗ ਕੀ ਕਰਨਗੀਆਂ, ਜਿਸ ਵੇਲੇ ਆਪਾਂ 3 ਫੇਜ਼ AC ਸਪਲਾਈ ਦਿੱਤੀ ਸਾਡੇ ਸਟੇਟਰ ਵਾਈਂਡਿੰਗ ਨੂੰ, ਇਹ ਡੈਂਪਰ ਵਾਈਂਡਿੰਗ ਲੱਗੀਆਂ ਰੋਟਰ ਦੇ ਵਿੱਚ, ਤਾਂ ਰੋਟੇਟਿੰਗ ਮੈਗਨੈਟਿਕ ਫੀਲਡ ਜਿਹੜਾ ਪ੍ਰੋਡਿਊਸ ਹੋਏਗਾ ਇਹਨਾਂ ਪੋਲਾਂ ਦੇ ਆਲੇ ਦੁਆਲੇ ਇਦਾਂ ਰੋਟੇਟ ਕਰੇਗਾ, ਇਹਨਾਂ ਨੂੰ ਕੰਡਕਟਰਸ ਨੂੰ ਕੱਟ ਕਰੇਗਾ, ਇਹਨਾਂ ਦੇ ਵਿੱਚ EMF ਇੰਡਿਊਸ ਹੋਣਗੇ। ਤਾਂ ਫਿਰ ਕਿਉਂਕਿ ਸ਼ਾਰਟ ਸਰਕਟ ਕੀਤੇ ਹੋਏ ਨੇ ਅਸੀਂ ਦੋਨੋਂ ਸਿਰਿਆਂ ਤੇ, ਇਹਨਾਂ 'ਚ ਕਰੰਟ ਫਲੋ ਹੋਣਗੇ। ਤੇ ਕਰੰਟ ਕੈਰੀਇੰਗ ਕੰਡਕਟਰ ਕਿੱਥੇ ਪਏ ਨੇ, ਮੈਗਨੈਟਿਕ ਫੀਲਡ ਦੇ ਵਿੱਚ, ਟਾਰਕ ਪ੍ਰੋਡਿਊਸ ਹੋ ਜਾਏਗੀ, ਮੋਟਰ ਸਾਡੀ ਰੋਟੇਟ ਕਰਨ ਲੱਗ ਜਾਏਗੀ। ਕਿਸ ਤਰ੍ਹਾਂ ਰੋਟੇਟ ਕਰੇਗੀ, ਐਜ਼ ਇੰਡਕਸ਼ਨ ਮੋਟਰ। ਜਿਵੇਂ ਇੰਡਕਸ਼ਨ ਮੋਟਰ ਆਪਾਂ ਨੇ ਪੜ੍ਹਿਆ ਨਾ ਪਿਛਲੇ ਸਮੈਸਟਰ ਦੇ ਵਿੱਚ, ਸਟਾਰਟ ਆਪਣੇ ਆਪ ਹੋ ਜਾਂਦੀ ਹੈ, ਤਾਂ ਇਹ ਵੀ ਇਹਨਾਂ ਕੰਡਕਟਰਸ ਦੇ ਕਰਕੇ ਇੰਡਕਸ਼ਨ ਮੋਟਰ ਦੇ ਤੌਰ ਤੇ ਹੀ ਸਟਾਰਟ ਹੋ ਜਾਏਗੀ। ਤੇ ਜਦੋਂ ਇਹਦੀ ਸਪੀਡ ਨੀਅਰਲੀ ਸਿੰਕਰੋਨਸ ਸਪੀਡ ਹੋ ਜਾਏਗੀ, ਮਤਲਬ ਹਾਈ ਥੋੜਾ ਜਿਹਾ ਸਪੀਡ ਪਿਕਅਪ ਕਰ ਲਏਗੀ ਇਹ, ਉਸ ਵੇਲੇ ਅਸੀਂ DC ਸਪਲਾਈ ਦੇ ਦੇਵਾਂਗੇ ਰੋਟਰ ਦੇ ਕੰਡਕਟਰਸ ਨੂੰ, ਤਾਂ ਫਿਰ ਇਹ ਸਿੰਕਰੋਨਸ ਸਪੀਡ ਤੇ ਚੱਲ ਪਏਗੀ। ਤਾਂ ਇਹਨਾਂ ਕੰਡਕਟਰਸ ਨੇ ਪੋਨੀ ਮੋਟਰ ਦਾ ਕੰਮ ਕਰ ਦਿੱਤਾ ਆਪਣਾ। ਤਾਂ ਇਸ ਕਰਕੇ ਕਿਉਂਕਿ ਇਹਦੇ ਅੰਦਰ ਹੀ ਲੱਗੇ ਹੋਏ ਨੇ, ਵਾਧੂ ਬਾਹਰੋਂ ਮੋਟਰ ਨਹੀਂ ਲਾਈ ਕੋਈ, ਇਸ ਕਰਕੇ ਇਹਨੂੰ ਸੈਲਫ ਸਟਾਰਟਿੰਗ ਕਹਿ ਦਿੰਦੇ ਆ। ਕਾਹਦੇ ਨਾਲ ਕੀਤੀ ਹੈ, ਵਾਈਂਡਿੰਗ ਦੇ ਨਾਲ, ਜਿਨ੍ਹਾਂ ਨੂੰ ਡੈਂਪਰ ਵਾਈਂਡਿੰਗ ਕਹਿੰਦੇ ਆ। ਡੈਂਪਰ ਵਾਈਂਡਿੰਗ ਦੇ ਨਾਲ ਯੂਜ਼ ਕਰਕੇ ਸਟਾਰਟਿੰਗ ਕਹਿ ਸਕਦੇ ਹਾਂ, ਜਾਂ ਇਸ ਨੂੰ ਦੂਸਰਾ ਮੈਥਡ ਦਾ ਨਾਮ ਇਹਦਾ ਲਿਖ ਲਓ, ਇੰਡਕਸ਼ਨ ਸਟਾਰਟਿੰਗ ਆਫ ਸਿੰਕਰੋਨਸ ਮੋਟਰ, ਲਿਖ ਲਓ ਇਸ ਨੂੰ। ਇਸ ਮੈਥਡ ਦਾ ਹੀ ਨਾਮ ਹੈਗਾ ਇੰਡਕਸ਼ਨ ਸਟਾਰਟਿੰਗ ਆਫ ਸਿੰਕਰੋਨਸ ਮੋਟਰ। ਮਤਲਬ ਕੀ ਹੈ, ਦਾ ਮੋਟਰ ਸਟਾਰਟਸ ਐਜ਼ ਇੰਡਕਸ਼ਨ ਮੋਟਰ ਬਟ ਰਨਸ ਐਜ਼ ਸਿੰਕਰੋਨਸ ਮੋਟਰ। ਸਟਾਰਟ ਹੁੰਦੀ ਹੈ ਐਜ਼ ਇੰਡਕਸ਼ਨ ਮੋਟਰ, ਰਨ ਕਰਦੀ ਹੈ ਐਜ਼ ਸਿੰਕਰੋਨਸ ਮੋਟਰ। ਠੀਕ ਹੈ। ਤਾਂ ਦੋ ਮੈਥਡ ਆਪਾਂ ਨੇ ਸਮਝੇ ਹੁਣ ਤੱਕ, ਇੱਕ ਹੋ ਗਿਆ ਬਾਈ ਯੂਜ਼ਿੰਗ ਐਕਸਲਰੀ ਮੋਟਰ ਜਾਂ ਪੋਨੀ ਮੋਟਰ, ਔਰ ਦੂਜਾ ਹੋ ਗਿਆ ਸੈਲਫ ਸਟਾਰਟਿੰਗ ਬਾਈ ਯੂਜ਼ਿੰਗ ਡੈਂਪਰ ਵਾਈਂਡਿੰਗ, ਜਾਂ ਫਿਰ ਦੂਜਾ ਇਹਦਾ ਨਾਮ ਆਪਾਂ ਨੇ ਰੱਖਿਆ ਇੰਡਕਸ਼ਨ ਸਟਾਰਟਿੰਗ ਏ ਸਿੰਕਰੋਨਸ ਮੋਟਰ। ਇਸੇ ਮੈਥਡ ਦਾ ਨਾਮ ਹੈ ਸੈਲਫ ਸਟਾਰਟਿੰਗ ਦਾ ਹੀ, ਇੰਡਕਸ਼ਨ ਸਟਾਰਟਿੰਗ ਏ ਸਿੰਕਰੋਨਸ ਮੋਟਰ। ਕਿਧਰੇ ਲਿਖਿਆ ਹੋਵੇ ਤਾਂ ਵੀ ਇਹੀ ਮੈਥਡ ਹੈ। ਕੋਈ ਕੁਐਸਚਨ ਹੈ ਨਾ ਦੋਨੋਂ ਮੈਥਡ ਦੇ ਵਿੱਚੋਂ? ਸਟਾਰਟਿੰਗ 'ਚ ਦੋ ਸਟਾਰਟਿੰਗ ਮੈਥਡ ਆਪਾਂ ਡਿਸਕਸ ਕੀਤੇ ਹੈ। ਅੱਛਾ, ਚਲੋ ਫਿਰ ਮੇਰਾ ਕੁਐਸਚਨ ਹੈ ਵੀ ਇਹਨਾਂ ਵਾਈਂਡਿੰਗ ਨੂੰ ਡੈਂਪਰ ਵਾਈਂਡਿੰਗ ਕਿਉਂ ਕਹਿੰਦੇ ਆ? ਸਟਾਰਟਿੰਗ ਵਾਈਂਡਿੰਗ ਕਹਿ ਦਈਏ, ਕੋਈ ਹੋਰ ਨਾਮ ਰੱਖ ਲਈਏ, ਡੈਂਪਰ ਵਾਈਂਡਿੰਗ ਕਿਉਂ ਹੈ ਨਾਮ ਇਹਨਾਂ ਦਾ? ਚਲੋ ਇਹ ਤੋਂ ਬਿਨਾਂ ਇੱਕ ਹੋਰ ਕੁਐਸਚਨ ਕਰਦੇ ਹਾਂ ਆਪਾਂ ਕਿ ਡੈਂਪਿੰਗ ਕੀ ਹੁੰਦੀ ਹੈ? ਪੜਿਆ ਕਿਤੇ ਡੈਂਪਿੰਗ ਇੰਸਟਰੂਮੈਂਟਸ ਦੇ ਵਿੱਚ? ਸੋਚੋ ਡੈਂਪਿੰਗ ਕਿਹਨੂੰ ਕਹਿੰਦੇ? ਹੈਲੋ। ਹੈਲੋ। ਹਾਂ ਬਈ, ਜੇ ਕੋਈ ਨਹੀਂ ਜਵਾਬ ਆਉਂਦਾ ਹੁੰਦਾ ਤਾਂ ਨਾ ਜਵਾਬ ਦੇ ਦਿਆ ਕਰੋ, ਜਵਾਬ ਜ਼ਰੂਰ ਦਿਆ ਕਰੋ। ਡੈਂਪਿੰਗ ਕਿਸ ਚੀਜ਼ ਨੂੰ ਕਹਿੰਦੇ? ਡੈਂਪਿੰਗ ਕੀ ਚੀਜ਼ ਹੁੰਦੀ ਹੈ? ਸਲੋਟ ਦਿੱਤਾ ਹੋਇਆ ਹੈ ਤਾਂ ਫਿਰ ਉਹਨੂੰ ਆਪਾਂ ਡੈਂਪਰ ਵਾਈਂਡਿੰਗ ਕਹਾਂਗੇ। ਸਲੋਟ ਨੂੰ ਵਾਈਂਡਿੰਗ ਨਹੀਂ ਕਹਿੰਦੇ। ਸਲੋਟ ਦੇ ਵਿੱਚ ਜਿਹੜੇ ਕੰਡਕਟਰ ਰੱਖੇ ਆ, ਸ਼ਾਰਟ ਸਰਕਟ ਕੀਤੇ, ਉਹਨਾਂ ਨੂੰ ਵਾਈਂਡਿੰਗ ਕਹਾਂਗੇ। ਤੇ ਇਹ ਕਿਉਂ ਕਹਿੰਦੇ ਇਹਨਾਂ ਨੂੰ ਡੈਂਪਰ ਕਿਉਂ ਨਾਮ ਹੈ? ਤਾਂ ਮੇਰਾ ਕੁਐਸਚਨ ਇਹ ਆ, ਜਾਂ ਡੈਂਪਰ ਕੀ ਹੁੰਦਾ, ਡੈਂਪਿੰਗ ਕੀ ਚੀਜ਼ ਹੈ? ਅੱਛਾ, ਚਲੋ ਮੈਂ ਤੁਹਾਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰਦਾ। ਤੁਸੀਂ ਇਲੈਕਟ੍ਰੀਕਲ ਮੈਜ਼ਰਮੈਂਟ ਐਂਡ ਇੰਸਟਰੂਮੈਂਟ ਪੜ੍ਹੇ ਹੈ? ਹੈਲੋ। ਹੈਲੋ।
ਅੱਛਾ, ਉਹਦੇ ਵਿੱਚ ਜਦੋਂ ਕੋਈ ਇੰਸਟਰੂਮੈਂਟ ਜਿੱਦਾਂ ਐਮੀਟਰ ਜਾਂ ਵੋਲਟਮੀਟਰ ਹੈ, ਜੇ ਉਹਦੀ ਸੂਈ ਇਦਾਂ ਹਿਲਦੀ ਹੋਵੇ, ਇਹਦਾ ਮਤਲਬ ਕੀ ਹੁੰਦਾ? ਇੱਕ ਜਗ੍ਹਾ ਤੇ ਨਾ ਰੁਕੇ, ਫਿਰ ਕੀ ਹੁੰਦਾ? ਹਾਂ, ਡੈਂਪਿੰਗ ਉਹਨੂੰ ਪ੍ਰੋਵਾਈਡ ਨਹੀਂ ਕੀਤੀ ਹੋਈ। ਡੈਂਪਿੰਗ ਟਾਰਕ ਕੀ ਕਰਦੀ ਹੈ ਵੀ ਜਿਹੜੀ ਉਹਦੀ ਨੀਡਲ ਹੈ ਇੰਸਟਰੂਮੈਂਟ ਦੀ, ਉਹ ਸਮੂਥ ਮੂਵ ਕਰਦੀ ਹੈ, ਅੱਗੇ ਪਿੱਛੇ ਨਹੀਂ ਹੁੰਦੀ। ਠੀਕ ਹੈ, ਤਾਂ ਡੈਂਪਿੰਗ ਟਾਰਕ ਨਾਲ ਕੀ ਹੁੰਦਾ ਵੀ ਮੀਟਰ ਦੀ ਰੀਡਿੰਗ 0 ਤੋਂ ਸ਼ੁਰੂ ਹੋਈ, ਜਿੱਦਾਂ ਮੰਨ ਲਓ 4 ਐਂਪੀਅਰ ਤੇ ਜਾਣਾ ਸੀ, 4 ਤੇ ਜਾ ਕੇ ਆਪਣੇ ਆਪ ਰੁਕ ਜਾਏਗੀ। ਇਹ ਨਹੀਂ ਹੋਊਗਾ ਵੀ 4.5 3.5 ਦੇ ਵਿੱਚ ਹਿਲਦੀ ਰਹੇਗੀ, ਹੈ ਨਾ। ਹੈਲੋ, ਉਹ ਜਿਹੜੀ ਕੰਟਰੋਲ ਕਰਦੇ ਆ ਟਾਰਕ ਨੂੰ, ਉਹਨੂੰ ਅਸੀਂ ਡੈਂਪਿੰਗ ਕਹਿੰਦੇ ਆ। ਜਿੱਦਾਂ ਕੋਈ ਫਲੂਇਡ ਲਗਾਤਾ, ਹਾਈਡ੍ਰੋਲਿਕ ਲਗਾਤਾ ਕੋਈ ਸਿਸਟਮ, ਹੈ ਨਾ, ਤਾਂ ਕਿ ਉਹਦੀ ਮੂਵਮੈਂਟ ਸਮੂਥ ਹੋਏ। ਇੱਥੇ ਡੈਂਪਿੰਗ ਕੀ ਹੈ, ਇਹਨੂੰ ਸਮਝਣ ਲਈ ਆਪਾਂ ਅਗਲਾ ਟੌਪਿਕ ਪੜ੍ਹਦੇ ਹਾਂ, ਫਿਰ ਤੁਹਾਨੂੰ ਹੋਰ ਕਲੀਅਰ ਹੋ ਜਾਊਗਾ ਵੀ ਇਹਨਾਂ ਨੂੰ ਡੈਂਪਰ ਵਾਈਂਡਿੰਗ ਕਿਉਂ ਕਹਿੰਦੇ ਆ। ਨੈਕਸਟ ਟੌਪਿਕ ਆਪਾਂ ਡਿਸਕਸ ਕਰਦੇ ਹਾਂ, ਉਹ ਹੈ ਹੰਟਿੰਗ। ਹੰਟ ਦਾ ਮਤਲਬ ਕੀ ਹੁੰਦਾ ਬਈ? ਹੰਟਿੰਗ ਕੀ ਹੁੰਦਾ, ਕੋਈ ਦੱਸੇਗਾ? ਵਰਡ ਮੀਨਿੰਗ ਕੀ ਹੈ ਹੰਟਿੰਗ ਦਾ ਜਾਂ ਹੰਟ ਦਾ? ਹੰਟਰ ਕੌਣ ਹੁੰਦਾ ਹੈ? ਹਾਂ, ਸ਼ਿਕਾਰ ਕਰਦਾ ਹੈ। ਤਾਂ ਹੰਟਿੰਗ ਜਿਹੜੀ ਪ੍ਰੋਸੈਸ ਹੈ ਉਹ ਵੀ ਮੋਟਰ ਦਾ ਸ਼ਿਕਾਰ ਕਰਦੀ ਹੈ, ਸਮਝ ਲੈਣਾ। ਇਹ ਮੋਟਰ ਨੂੰ ਡੈਮੇਜ ਕਰ ਸਕਦੀ ਹੈ, ਮੋਟਰ ਨੂੰ ਬੰਦ ਕਰ ਸਕਦੀ ਹੈ, ਇਸ ਕਰਕੇ ਪ੍ਰੋਸੈਸ ਨੂੰ ਹੰਟਿੰਗ ਕਿਹਾ। ਠੀਕ, ਪ੍ਰੋਸੈਸ ਕੀ ਹੈ ਕਿ ਜਦੋਂ ਸਾਡਾ ਰੋਟਰ ਮੰਨ ਲਓ ਵੀ ਘੁੰਮ ਰਿਹਾ ਹੈ ਇੱਕ ਕਿਸੇ ਪਾਰਟੀਕੂਲਰ ਸਪੀਡ ਤੇ, ਇਹ ਸਪੋਜ਼ ਕਰ ਲਓ ਸਾਡਾ ਰੋਟਰ ਹੈ, ਕਿਸੇ ਲੋਡ ਤੇ ਇਹ ਰੋਟੇਟ ਕਰ ਰਿਹਾ ਸੀ। ਠੀਕ ਹੈ, ਇਹਦੇ ਵਿੱਚ ਹੀ ਡੈਂਪਰ ਵਾਈਂਡਿੰਗਾਂ ਪਾਈਆਂ ਹੋਈਆਂ ਆਪਾਂ ਇਸੇ ਰੋਟਰ ਦੇ ਵਿੱਚ। ਇਹ ਕਿਸੇ ਸਪੀਡ ਤੇ ਰੋਟੇਟ ਕਰ ਰਿਹਾ ਸੀ, ਅਸੀਂ ਕੀ ਕੀਤਾ, ਇੱਕਦਮ ਲੋਡ ਆਫ ਹੋ ਗਿਆ। ਠੀਕ ਹੈ, ਮੰਨ ਲਓ ਕੋਈ ਬੈਲਟ ਨਾਲ ਲੋਡ ਚਲਾ ਰਹੇ ਸੀ, ਬੈਲਟ ਟੁੱਟ ਗਈ ਤਾਂ ਲੋਡ 0 ਹੋ ਜਾਏਗਾ ਇੱਕਦਮ। ਤਾਂ ਕੀ ਕਰੇਗੀ ਮੋਟਰ? ਥੋੜਾ ਜਿਹਾ ਪਿੱਛੇ ਨੂੰ ਜਾਣ ਦੀ ਕੋਸ਼ਿਸ਼ ਕਰੇਗੀ, ਘਟਾਉਣ ਦੀ ਸਪੀਡ, ਪਰ ਫਾਈਨਲ ਪੋਜੀਸ਼ਨ ਤੇ ਪਹੁੰਚ ਕੇ ਰੁਕਣ ਦੀ ਬਜਾਏ ਥੋੜਾ ਜਿਹਾ ਹੋਰ ਅੱਗੇ ਲੰਘ ਜਾਏਗੀ ਪੋਲਸ ਤੋਂ, ਪੋਲ ਇਹਨੂੰ ਪਿੱਛੇ ਖਿੱਚ ਲੈਣਗੇ, ਟੂ ਐਂਡ ਫਰੋ ਮੋਸ਼ਨ ਸ਼ੁਰੂ ਹੋ ਜਾਏਗਾ ਇਹਦਾ। ਠੀਕ, ਜੇ ਟੂ ਐਂਡ ਫਰੋ ਮੋਸ਼ਨ ਸ਼ੁਰੂ ਹੋ ਗਿਆ, ਉਹ ਇੰਨਾ ਜ਼ਿਆਦਾ ਡੇਂਜਰਸ ਹੋ ਸਕਦਾ ਹੈ ਕਿ ਸਿੰਕਰੋਨਿਜ਼ਮ ਤੋਂ ਮੋਟਰ ਬਾਹਰ ਆ ਜਾਏ ਔਰ ਮੋਟਰ ਸਟਾਪ ਕਰ ਜਾਏ, ਇੰਨਾ ਡੇਂਜਰਸ ਵੀ ਹੋ ਸਕਦਾ ਹੈ। ਠੀਕ, ਤੇ ਫਿਰ ਕੀ ਹੋਏਗਾ? ਹੌਲੀ ਹੌਲੀ ਵੱਡੀਆਂ ਵਾਈਬ੍ਰੇਸ਼ਨਸ, ਇੱਦਾਂ ਵੱਡਾ ਪੈਂਡੂਲਮ ਬਣੇਗਾ, ਫਿਰ ਛੋਟਾ, ਫਿਰ ਹੋਰ ਛੋਟਾ, ਕਰਦੇ ਕਰਦੇ ਹੌਲੀ ਹੌਲੀ ਇਹ ਫਿਰ ਖਤਮ ਹੋਏਗੀ ਆਸੀਲੇਸ਼ਨ ਇਹਦੀ। ਇਸ ਤਰ੍ਹਾਂ ਆਸੀਲੇਸ਼ਨ ਪਹਿਲਾਂ ਬੜੀਆਂ ਹੋਣਗੀਆਂ, ਫਿਰ ਛੋਟੀਆਂ ਹੁੰਦੀਆਂ ਜਾਣਗੀਆਂ, ਫਿਰ ਹੌਲੀ ਹੌਲੀ ਇਹ ਰੁਕ ਜਾਏਗੀ। ਤਾਂ ਇਹ ਜਿਹੜਾ ਪ੍ਰੋਸੈਸ ਹੈ, ਇਹ ਜਿਹੜਾ ਹਿੱਲਣਾ ਹੈ ਮੋਟਰ ਦਾ ਇੱਕ ਆਪਣੀ ਮੇਨ ਪੋਜੀਸ਼ਨ ਦੇ ਅਬਾਊਟ ਰੋਟਰ ਦਾ, ਉਹਨੂੰ ਅਸੀਂ ਕਹਿੰਦੇ ਆ ਕਿ ਇਹ ਡੈਂਪ ਕਰ ਰਹੀ ਹੈ, ਇਹ ਆਸੀਲੇਟ ਕਰ ਰਹੀ ਹੈ। ਤੇ ਇਹ ਆਸੀਲੇਸ਼ਨਸ ਨੇ ਜਿਹੜੀਆਂ, ਇਹ ਮੋਟਰ ਨੂੰ ਸਟਾਪ ਕਰ ਸਕਦੀਆਂ ਨੇ, ਇਹ ਮੋਟਰ ਨੂੰ ਡੈਮੇਜ ਕਰ ਸਕਦੀਆਂ ਨੇ। ਇਸ ਕਰਕੇ ਪ੍ਰੋਸੈਸ ਦਾ ਨਾਮ ਆਪਾਂ ਨੇ ਦੇਤਾ ਹੰਟਿੰਗ। ਇਹ ਪ੍ਰੋਸੈਸ ਨੂੰ ਕਹਤਾ ਅਸੀਂ ਹੰਟਿੰਗ। ਹੁਣ ਆਪਾਂ ਇਹਦੀ ਡੈਫੀਨੇਸ਼ਨ ਪੜ੍ਹਦੇ ਹਾਂ, ਫਿਰ ਤੋਂ ਸਮਝਾਂਗੇ ਇਸ ਨੂੰ। The oscillations of rotor in a three-phase synchronous machine due to sudden change in load। ਅਚਾਨਕ ਲੋਡ ਅਸੀਂ ਮੋਟਰ ਦੇ ਉੱਤੇ ਪਾ ਦਈਏ ਜਾਂ ਬੰਦ ਕਰ ਦਈਏ ਤਾਂ ਕੀ ਹੋਏਗਾ? ਰੋਟਰ ਆਪਣੀ ਜਗ੍ਹਾ ਤੇ ਹੀ ਅੱਗੇ ਪਿੱਛੇ ਸਪੀਡ ਪਲੱਸ ਮਾਈਨਸ ਹੋਣ ਲੱਗ ਜਾਂਦੀ। ਠੀਕ ਹੈ, ਜਿਸ ਤਰ੍ਹਾਂ ਕੰਬਣ ਲੱਗ ਜਾਂਦੇ ਨਾ ਕੋਈ ਚੀਜ਼, ਇਸ ਤਰ੍ਹਾਂ ਨਾਲ ਕਰਨ ਲੱਗ ਜਾਏਗਾ। ਤਾਂ ਉਹਨਾਂ ਆਸੀਲੇਸ਼ਨਸ ਨੂੰ, ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਆ ਹੰਟਿੰਗ। ਇਜ਼ ਇਟ ਓਕੇ? ਨੁਕਸਾਨ ਤਾਂ ਇਹਦੇ ਆਪਾਂ ਡਿਸਕਸ ਕਰ ਹੀ ਲਏ ਕਿ ਇਹ ਮੋਟਰ ਨੂੰ ਆਊਟ ਆਫ ਸਿੰਕਰੋਨਿਜ਼ਮ ਕਰ ਸਕਦੀ ਹੈ, ਬੰਦ ਹੋ ਜਾਏਗੀ ਮੋਟਰ ਸਾਡੀ, ਸਟਾਪ ਕਰ ਜਾਏਗੀ, ਫਿਰ ਦੁਬਾਰਾ ਤੋਂ ਸਟਾਰਟ ਕਰਨੀ ਪਏਗੀ ਸਟਾਰਟਿੰਗ ਟਾਰਕ ਦੇ ਕੇ। ਠੀਕ, ਤੇ ਦੂਸਰਾ ਮੋਟਰ ਨੂੰ ਡੈਮੇਜ ਵੀ ਕਰ ਸਕਦੀ ਹੈ, ਇੰਨੀਆਂ ਹੈਵੀ ਹੋ ਸਕਦੀਆਂ ਨੇ ਇਹ ਡੈਂਪਿੰਗ ਜਿਹੜੇ ਆ। ਮੋਟਰ ਦਾ ਰੋਟਰ ਅੱਗੇ ਪਿੱਛੇ ਹਿੱਲਣ ਲੱਗ ਜਾਏ, ਜੇ ਘੁੰਮਦਾ ਵੀ ਰਹੇਗਾ ਅੱਗੇ ਪਿੱਛੇ ਵੀ ਹਿੱਲੇਗਾ, ਮਤਲਬ ਇਹ ਦੋ ਮੋਸ਼ਨ ਹੋਣਗੇ ਉਹਦੇ, ਇੱਕ ਤਾਂ ਰੋਟੇਸ਼ਨ ਚੱਲ ਰਹੀ ਹੈ, ਇੱਕ ਆਸੀਲੇਸ਼ਨਸ ਵੀ ਚੱਲ ਰਹੀਆਂ ਨਾਲ ਨਾਲ, ਰਾਈਟ। ਤਾਂ ਇਹਨਾਂ ਨੂੰ ਰੋਕਣ ਵਾਸਤੇ ਅਸੀਂ ਲਾਉਣੇ ਆ ਡੈਂਪਰ ਵਾਈਂਡਿੰਗ। ਡੈਂਪਿੰਗ ਕੀ ਹੁੰਦੀ ਹੈ ਵੀ ਜਿਹੜੀਆਂ ਆਸੀਲੇਸ਼ਨਸ ਨੇ, ਜੇ ਉਹ ਆਪਣੀ ਪੋਜੀਸ਼ਨ ਦੇ ਅਬਾਊਟ ਇਸ ਤਰ੍ਹਾਂ ਲੈਫਟ ਰਾਈਟ ਇਦਾਂ ਘੁੰਮ ਰਿਹਾ ਹੈ, ਇਹ ਜਿੰਨੀ ਦੇਰ ਜਦੋਂ ਤੱਕ ਖੜ ਜਾਣਗੀਆਂ ਤਾਂ ਇਹਨੂੰ ਅਸੀਂ ਕਹਾਂਗੇ ਵੀ ਇਹ ਡੈਂਪ ਹੋ ਗਈਆਂ। ਆਸੀਲੇਸ਼ਨਸ ਬੰਦ ਹੋ ਗਈਆਂ ਤਾਂ ਉਹਨੂੰ ਵਰਡ ਕਹਿੰਦੇ ਡੈਂਪ ਕਰਨਾ, ਡੈਂਪਰ।
ਇਹ ਵਾਈਂਡਿੰਗ ਦੀ ਹੈਲਪ ਦੇ ਨਾਲ ਕਰਦੇ ਆ, ਇਸ ਕਰਕੇ ਇਹਨਾਂ ਨੂੰ ਡੈਂਪਰ ਵਾਈਂਡਿੰਗ ਕਹਿੰਦੇ। ਤਾਂ ਹੰਟਿੰਗ ਹੈ ਕੀ ਹੈ? ਇਟ ਇਜ਼ ਦ oscillations of the rotor about its mean position of a 3-phase and synchronous machine due to sudden change in load, ਤਾਂ ਇਹ ਹੰਟਿੰਗ ਨੂੰ ਪ੍ਰੀਵੈਂਟ ਕਿਸ ਤਰ੍ਹਾਂ ਕਰਦੇ ਆ? ਡੈਂਪਰ ਵਾਈਂਡਿੰਗ ਯੂਜ਼ ਕਰਕੇ। ਤੇ ਫਿਰ ਡੈਂਪਰ ਵਾਈਂਡਿੰਗ ਦੇ ਦੋ ਕੰਮ ਹੋ ਗਏ ਰੋਟਰ ਪੋਲ ਫੇਸ 'ਚ ਜਿਹੜੇ ਰੱਖੇ। ਇੱਕ ਤਾਂ ਇਹ ਮੋਟਰ ਨੂੰ ਸਟਾਰਟਿੰਗ ਟਾਰਕ ਦਿੰਦੀ ਹੈ, ਦੂਜੀ ਹੰਟਿੰਗ ਤੋਂ ਬਚਾਉਂਦੀ ਹੈ। ਗੱਲ ਸਮਝ ਆ ਗਈ? ਹੈਲੋ, ਦੋ ਐਡਵਾਂਟੇਜ ਹੋ ਗਏ ਸਾਡੇ ਕੋਲੇ ਜਿਹੜੀ ਡੈਂਪਿੰਗ ਵਾਈਂਡਿੰਗ ਦੇ। ਇੱਕ ਤਾਂ ਇਸਨੇ oscillations ਜਿਹੜੀਆਂ ਹੰਟਿੰਗ ਜਿਹੜੀ ਹੋ ਰਹੀ ਹੈ ਉਹਨੂੰ ਪ੍ਰੀਵੈਂਟ ਕੀਤਾ, ਉਹਦੇ ਲਈ ਅਸੀਂ ਇਹਨੂੰ ਯੂਜ਼ ਕੀਤਾ। ਔਰ ਦੂਸਰਾ, ਬੋਲੋ ਸੈਕੰਡ ਕੀ ਹੈ? ਹਾਂ ਬਈ ਟਰਾਈ ਕਰੋ ਜਰਾ। ਸੈਕੰਡ ਕੀ ਹੈ? ਤਾਂ ਇੱਕ ਤਾਂ ਆਪਣੇ ਕੋਲੇ ਹੋ ਗਿਆ ਹੰਟਿੰਗ ਨੂੰ ਰੋਕਿਆ ਸਾਡੀਆਂ ਡੈਂਪਰ ਵਾਈਂਡਿੰਗ ਨੇ, ਦੂਸਰਾ ਸਟਾਰਟਿੰਗ ਟਾਰਕ ਪ੍ਰੋਵਾਈਡ ਕੀਤੀ। ਦੂਜਾ ਹੈ ਕਿ ਇਹ ਸਟਾਰਟਿੰਗ ਟਾਰਕ ਵੀ ਪ੍ਰੋਵਾਈਡ ਕਰੇਗੀ, ਰਾਈਟ। ਤਾਂ ਡੈਂਪਰ ਵਾਈਂਡਿੰਗ ਕਾਹਦੀਆਂ ਬਣੀਆਂ ਹੁੰਦੀਆਂ ਨੇ? ਜਿੱਦਾਂ ਦੀਆਂ ਸਾਰੀਆਂ ਵਾਈਂਡਿੰਗ ਹੁੰਦੀਆਂ ਨੇ, ਕਾਪਰ ਬਾਰ ਦੀਆਂ ਸਲੋਟਸ ਦੇ ਵਿੱਚ ਐਮਬੈਡ ਕੀਤੇ ਹੋਏ ਨੇ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ 3 ਫੇਜ਼ ਇੰਡਕਸ਼ਨ ਮੋਟਰ ਦਾ ਆਪਾਂ ਨੇ ਸਕੁਰਲ ਕੇਜ ਰੋਟਰ ਪੜਿਆ ਸੀ, ਬਿਲਕੁਲ ਉਦਾਂ ਦੇ ਕੰਡਕਟਰਸ ਹੁੰਦੇ ਨੇ। ਕਿੱਥੇ ਰੱਖੇ ਹੋਏ ਨੇ? ਪੈਰੀਫਰੀ ਆਫ ਦਾ ਪੋਲ ਸ਼ੂ ਤੇ। ਆਪਾਂ ਆਲਰੇਡੀ ਡਿਸਕਸ ਕਰ ਲਿਆ। ਦੋਨੋਂ ਸਿਰਿਆਂ ਤੋਂ ਸ਼ਾਰਟ ਸਰਕਟ ਵੀ ਕੀਤੇ ਹੋਏ ਨੇ। ਤਾਂ oscillations due to hunting set up eddy currents in the damper winding which in turn suppresses the oscillations। ਹੁਣ ਕੀ ਹੁੰਦਾ ਹੈ, ਜਦੋਂ ਹੰਟਿੰਗ ਹੋਏਗੀ ਤਾਂ ਇਹ ਕੰਡਕਟਰ ਆਪਣੀ ਮੇਨ ਪੋਜੀਸ਼ਨ ਦੇ ਅਬਾਊਟ ਲੈਫਟ ਰਾਈਟ ਮੂਵ ਕਰਨਗੇ, oscillate ਕਰਨਗੇ। ਤਾਂ ਨਾਰਮਲੀ ਕੀ ਹੁੰਦਾ, ਮੋਟਰ ਚੱਲਦੀ ਹੈ ਸਿੰਕਰੋਨਸ ਸਪੀਡ ਤੇ, ਔਰ ਰੋਟੇਟਿੰਗ ਫੀਲਡ ਸਟੇਟਰ ਦਾ ਉਹ ਵੀ ਸਿੰਕਰੋਨਸ ਸਪੀਡ ਤੇ। ਤਾਂ ਇਹਨਾਂ ਦੇ ਵਿੱਚ ਨਾਰਮਲੀ ਕੋਈ EMF ਇੰਡਿਊਸ ਨਹੀਂ ਹੁੰਦਾ ਨਾਰਮਲ ਸਪੀਡ ਤੇ, ਠੀਕ, ਨਾ ਹੀ ਕੋਈ ਲਾਸ ਹੁੰਦਾ ਹੈ। ਪਰ ਜਦੋਂ ਹੰਟਿੰਗ ਹੋਏਗੀ, ਜਦੋਂ ਇਹ ਅੱਗੇ ਪਿੱਛੇ ਜਾਏਗਾ ਸਪੀਡ ਤੋਂ ਸਿੰਕਰੋਨਸ ਤੋਂ, ਤਾਂ ਇਹਨਾਂ ਕੰਡਕਟਰਸ ਦੇ ਵਿੱਚ ਡੈਂਪਰ ਵਾਈਂਡਿੰਗ ਦੇ ਵਿੱਚ EMF ਇੰਡਿਊਸ ਹੋ ਜਾਣਗੇ। ਉਹ EMF ਇੰਡਿਊਸ ਕੀ ਕਰਨਗੇ? ਆਪਣੇ ਕੌਜ਼ ਨੂੰ ਅਪੋਜ਼ ਕਰਨਗੇ। ਕੌਜ਼ ਹੈ ਹੰਟਿੰਗ, ਤਾਂ ਫਿਰ ਹੰਟਿੰਗ ਚੈੱਕ ਹੋ। ਇਜ਼ ਇਟ ਓਕੇ? ਸਪਰੈਸ ਕਰ ਦੇਣਗੇ oscillations ਨੂੰ ਉਹ, ਜਿਹਦੇ ਕਰਕੇ ਇੰਡਿਊਸ ਹੋ ਰਹੇ। ਠੀਕ, ਆਪਾਂ ਨੇ ਯਾਦ ਰੱਖਣਾ ਵੀ ਜਿਹੜੀ ਹੰਟਿੰਗ ਹੈ ਉਹ ਮੋਟਰ ਦੇ ਵਿੱਚ ਵੀ ਹੋ ਸਕਦੀ ਹੈ, ਆਲਟਰਨੇਟਰ ਦੇ ਵਿੱਚ ਵੀ ਹੋ ਸਕਦੀ ਹੈ। ਹੰਟਿੰਗ ਮੋਟਰ ਦੇ ਵਿੱਚ ਵੀ ਹੋ ਸਕਦੀ ਹੈ ਔਰ ਆਲਟਰਨੇਟਰ 'ਚ ਵੀ ਹੋ ਸਕਦੀ ਹੈ। ਹੈਲੋ, ਹੰਟਿੰਗ ਜਿਹੜੀ ਪ੍ਰੋਸੈਸ ਮੈਂ ਕਹਿ ਰਿਹਾ ਸੀ ਉਹ ਮੋਟਰ ਦੇ ਵਿੱਚ ਵੀ ਪੋਸੀਬਲ ਹੈ ਔਰ ਆਲਟਰਨੇਟਰ ਦੇ ਵਿੱਚ। ਦੋਨਾਂ ਕੇਸ ਦੇ ਵਿੱਚ ਜਦੋਂ ਸਡਨ ਲੋਡ ਚੇਂਜ ਹੋਏਗਾ ਤਾਂ ਸਾਡੇ ਕੋਲੇ oscillations ਆਉਣਗੀਆਂ, ਜਿਨ੍ਹਾਂ ਨੂੰ ਅਸੀਂ ਹੰਟਿੰਗ ਕਹਾਂਗੇ। ਔਰ ਚੈੱਕ ਕਾਹਦੇ ਨਾਲ ਕਰਦੇ ਹਾਂ ਅਸੀਂ? ਜੇ ਅਸੀਂ ਰੋਟਰ ਦੇ ਵਿੱਚ ਡੈਂਪਰ ਵਾਈਂਡਿੰਗ ਪਾਈਆਂ ਹੋਈਆਂ ਨੇ ਤਾਂ ਉਹਨਾਂ 'ਚ ਐਡੀ ਕਰੰਟ ਪ੍ਰੋਡਿਊਸ ਹੋ ਜਾਣਗੇ ਜਿਹੜੇ ਅਪੋਜ਼ ਕਰਨਗੇ ਇਸ ਮੋਸ਼ਨ ਦਾ, oscillation ਦਾ। ਤੇ ਹੰਟਿੰਗ ਸਾਡੀ ਚੈੱਕ। ਇਜ਼ ਇਟ ਓਕੇ? ਹੁਣ ਤੁਹਾਨੂੰ ਐਗਜ਼ਾਮ 'ਚ ਕੁਐਸਚਨ ਕੀ ਮਿਲੇਗਾ ਕਿ ਹੰਟਿੰਗ ਕੀ ਹੈ, ਇਹਨੂੰ ਪ੍ਰੀਵੈਂਟ ਕਿਵੇਂ ਕਰਦੇ ਆ? ਤੇ ਇਹਦਾ ਆਨਸਰ ਆਪਣੇ ਕੋਲ ਤਕਰੀਬਨ ਮੇਰਾ ਖਿਆਲ ਆ ਗਿਆ। ਜਾਂ ਕੋਈ ਹੋਰ ਕਿਸੇ ਨੂੰ ਡਾਊਟ ਲੱਗਦਾ ਤਾਂ ਪੁੱਛ ਲਓ। ਨੈਕਸਟ ਟੌਪਿਕ ਹੈ ਸਾਡਾ ਵੀ ਕੂਲਿੰਗ ਆਫ ਸਿੰਕਰੋਨਸ ਮਸ਼ੀਨਸ। ਮੋਟਰ ਹੋਵੇ ਜਾਂ ਜਨਰੇਟਰ ਹੋਵੇ, ਤੇ ਕੂਲਿੰਗ ਦੀ ਲੋੜ ਕਿਉਂ ਪੈਂਦੀ ਹੈ? ਪਹਿਲੀ ਗੱਲ, ਕਿਸੇ ਦਾ ਮਾਈਕ ਆਵਾਜ਼ ਕਰ ਰਿਹਾ ਵੀ, ਜਰਾ ਚੈੱਕ ਕਰੋ। ਚਲ, ਕੂਲਿੰਗ ਦੀ ਜ਼ਰੂਰਤ ਕਿਉਂ ਪੈਂਦੀ ਹੈ? ਕਿਉਂਕਿ ਮਸ਼ੀਨ ਦੇ ਵਿੱਚ ਸਾਨੂੰ ਪਤਾ ਲਾਸਸ ਹੁੰਦੇ ਨੇ, ਕਾਪਰ ਲਾਸਸ, ਆਇਰਨ ਲਾਸਸ, ਮਕੈਨੀਕਲ ਲਾਸਸ, ਸਾਰੇ ਤਰ੍ਹਾਂ ਦੇ ਲਾਸ ਹੁੰਦੇ ਨੇ। ਔਰ these losses are dissipated in the form of heat। ਟੈਂਪਰੇਚਰ ਜੇ ਡਿਸੀਪੇਸ਼ਨ ਪੂਰੀ ਨਾ ਹੋਏ, ਜਿੰਨੀ ਹੀਟ ਜਨਰੇਟ ਹੋ ਰਹੀ ਹੈ ਲਾਸਸ ਦੇ ਨਾਲ, ਉਨੀ ਹੀਟ ਸਰਾਊਂਡਿੰਗ ਨੂੰ ਡਿਸੀਪੇਟ ਨਾ ਹੋਵੇ ਤਾਂ ਟੈਂਪਰੇਚਰ ਰਾਈਜ਼ ਕਰ ਜਾਂਦਾ। ਟੈਂਪਰੇਚਰ ਮਸ਼ੀਨ ਦਾ ਵਧ ਗਿਆ। ਜੇ ਪਰਮਿਸਿਬਲ ਲਿਮਿਟ ਤੋਂ ਜ਼ਿਆਦਾ ਟੈਂਪਰੇਚਰ ਰਾਈਜ਼ ਕਰ ਜਾਏ ਤਾਂ ਉਹ ਸਾਡੇ ਇਨਸੂਲੇਸ਼ਨ ਦੀ ਡਾਇਲੈਕਟ੍ਰਿਕ ਸਟਰੈਂਥ ਨੂੰ
ਔਰ ਮਕੈਨੀਕਲ ਸਟ੍ਰੈਸਿਸ ਨੂੰ ਉਹ ਵੀਕ ਕਰ ਦਿੰਦਾ। ਠੀਕ ਹੈ, ਇਨਸੂਲੇਸ਼ਨ ਸਾਡਾ ਵੀਕ ਹੋ ਗਿਆ ਤਾਂ ਉਹਦੇ ਨਾਲ ਲਾਈਫ ਆਫ ਇਨਸੂਲੇਸ਼ਨ ਘਟ ਜਾਏਗੀ, ਐਫੀਸ਼ੀਐਂਸੀ ਵੀ ਘਟੇਗੀ, ਰਾਈਟ। ਤਾਂ ਜਿਹੜੇ ਅਲੱਗ-ਅਲੱਗ ਤਰੀਕੇ ਅਸੀਂ ਯੂਜ਼ ਕਰਦੇ ਹਾਂ ਟੂ ਡਿਸੀਪੇਟ ਹੀਟ ਟੂ ਕੀਪ ਦਾ ਟੈਂਪਰੇਚਰ ਆਫ ਦਾ ਮਸ਼ੀਨ ਵਿਦਨ ਲਿਮਿਟ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੂਲਿੰਗ, these are called cooling। ਫਿਰ ਇੱਕ ਵਾਰ ਰਿਪੀਟ ਕਰ ਦਿੰਦੇ ਆਪਾਂ, ਵੇਰੀਅਸ ਮੀਨਸ ਆਰ ਅਡੋਪਟਡ ਟੂ ਡਿਸੀਪੇਟ ਹੀਟ to keep the temperature of the machine within limits, and these methods are called methods of cooling। Is it okay? ਇਹ ਹੈ ਜ਼ਰੂਰਤ ਕੂਲਿੰਗ ਦੀ ਕਿਉਂ ਹੈ, ਉਹ ਆਪਾਂ ਨੇ ਪੜ੍ਹ ਲਿਆ ਕਿ ਸਾਡੇ ਕੋਲੇ ਲੌਸਸ ਹਨ ਮਸ਼ੀਨ ਦੇ ਵਿੱਚ, ਵੇਰੀਅਸ ਲੌਸਸ, ਕਾਪਰ, ਆਇਰਨ, ਮਕੈਨੀਕਲ ਲੌਸਸ, ਇਹ ਸਾਰੇ ਹੀਟ ਪ੍ਰੋਡਿਊਸ ਕਰਦੇ ਹੈ। ਜੇ ਹੀਟ ਡਿਸੀਪੇਟ ਨਾ ਹੋਏ ਤਾਂ ਮਸ਼ੀਨ ਦਾ ਟੈਂਪਰੇਚਰ ਰਾਈਜ਼ ਕਰ ਦਿੰਦਾ ਹੈ, ਟੈਂਪਰੇਚਰ ਰਾਈਜ਼ ਕਰ ਜਾਏਗਾ ਤਾਂ ਫਿਰ ਮਸ਼ੀਨ ਦੇ ਜਿਹੜੇ ਲੌਸ ਇਨਸੂਲੇਸ਼ਨ ਹੈ ਉਹ ਫੇਲ ਹੋ ਸਕਦਾ, ਲਾਈਫ ਘਟ ਸਕਦੀ ਹੈ ਉਸਦੀ, ਠੀਕ ਹੈ, ਐਫੀਸ਼ੀਐਂਸੀ ਘਟ ਸਕਦੀ ਹੈ। ਤਾਂ ਇਹਨਾਂ ਸਾਰਿਆਂ ਨੂੰ ਠੀਕ ਰੱਖਣ ਲਈ ਫਿਰ ਅਸੀਂ ਅਲੱਗ-ਅਲੱਗ ਮੈਥਡ ਯੂਜ਼ ਕਰਦੇ ਹਾਂ ਔਰ ਉਹਨਾਂ ਨੂੰ ਕਹਿੰਦੇ ਹਾਂ ਮੈਥਡਸ ਆਫ ਕੂਲਿੰਗ। ਕੂਲਿੰਗ ਦੇ ਮੈਥਡ ਬਹੁਤ ਸਿੰਪਲ ਪ੍ਰੋਸੀਜਰ ਹੈ, ਦੋ ਮੈਥਡ ਕੂਲਿੰਗ ਦੇ ਹਨ ਸਿੰਪਲ। ਇੱਕ ਹੈ ਪਹਿਲਾ ਓਪਨ ਸਰਕਟ ਕੂਲਿੰਗ। ਓਪਨ ਸਰਕਟ ਕੂਲਿੰਗ 'ਚ ਕੀ ਕਰਦੇ ਹਾਂ, ਇੱਕ ਪਾਸੇ ਤੋਂ ਫੈਨ ਦੇ ਨਾਲ ਹਵਾ ਐਂਟਰ ਕਰ ਜਾਂਦੀ ਹੈ ਮੋਟਰ 'ਚ, ਦੂਜੇ ਪਾਸੇ ਤੋਂ ਬਾਹਰ ਨਿਕਲ ਜਾਂਦੀ ਹੈ। ਇਹਦੀਆਂ ਵਾਈਂਡਿੰਗ ਔਰ ਕੋਰ ਦੇ ਵਿੱਚ ਜਿਹੜੀ ਹੀਟ ਪ੍ਰੋਡਿਊਸ ਕੀਤੀ ਹੈ ਉਹਨੂੰ ਬਾਹਰ ਲੈ ਕੇ ਨਿਕਲ ਜਾਂਦੀ, ਇਹਦਾ ਓਪਨ ਸਰਕਟ ਕੂਲਿੰਗ ਹੋ ਗਿਆ ਸਿੰਪਲ। ਸਿਰੇ ਤੇ ਫੈਨ ਲੱਗਿਆ ਮੋਟਰ ਦੇ ਵਿੱਚ, ਫੈਨ ਨੇ ਹਵਾ ਅੰਦਰ ਲਗਾਇਆ ਔਰ ਸਾਰੇ ਪਾਰਟਸ ਦੇ ਵਿੱਚ ਦੀ ਘੁੰਮ ਕੇ ਹਵਾ ਦੂਜੇ ਸਿਰੇ ਤੋਂ ਬਾਹਰ ਨਿਕਲ ਗਈ, ਇਹਨੂੰ ਕਹਿੰਦੇ ਓਪਨ ਸਰਕਟ ਕੂਲਿੰਗ। ਫਰੈਸ਼ ਏਅਰ ਬਾਹਰੋਂ ਲਵਾਂਗੇ, ਹੌਟ ਏਅਰ ਜਿਹੜੀ ਆ ਉਹ ਬਾਹਰ ਜਾਂਦੀ ਜਾਏਗੀ ਇਨਵਾਇਰਨਮੈਂਟ 'ਚ। ਸਮਾਲ ਮੋਟਰ ਲਈ ਇਹ ਮੈਥਡ ਯੂਜ਼ ਕਰਦੇ ਹਾਂ। ਲਾਰਜ ਮੋਟਰ ਲਈ ਯੂਜ਼ ਕਰਦੇ ਹਾਂ ਕਲੋਜ਼ ਸਰਕਟ ਕੂਲਿੰਗ। ਕਲੋਜ਼ ਸਰਕਟ ਕੂਲਿੰਗ ਦੋ ਤਰ੍ਹਾਂ ਦੀ ਹੋ ਸਕਦੀ ਹੈ, ਬਾਈ ਯੂਜ਼ਿੰਗ ਏਅਰ ਔਰ ਬਾਈ ਯੂਜ਼ਿੰਗ ਹਾਈਡਰੋਜਨ। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਕਲੋਜ਼ ਸਰਕਟ ਜਿਵੇਂ ਇਹਦਾ ਨਾਂ ਹੀ ਦੱਸ ਰਿਹਾ ਹੈ, ਜੋ ਏਅਰ ਸਾਡੇ ਕੋਲੇ ਗਰਮ ਹੋ ਕੇ ਮੋਟਰ 'ਚੋਂ ਬਾਹਰ ਆ ਰਹੀ ਹੈ ਉਹਨੂੰ ਅਸੀਂ ਫੈਨ ਦੇ ਨਾਲ ਖਿੱਚ ਲਿਆ ਔਰ ਫਿਰ ਉਹਨੂੰ ਕੂਲਰ ਦੇ ਨਾਲ, ਕੰਡੈਂਸਰ ਦੇ ਨਾਲ ਠੰਡਾ ਕਰਕੇ ਵਾਪਸ ਫਿਰ ਉਸੇ ਹਵਾ ਨੂੰ, ਠੰਡੀ ਹਵਾ ਨੂੰ ਮਸ਼ੀਨ ਦੇ ਵਿੱਚ ਭੇਜਤਾ। ਉਹੀ ਸੇਮ ਏਅਰ ਨੂੰ ਅਸੀਂ ਹੌਟ ਏਅਰ ਨੂੰ ਲਿਆ, ਫਿਰ ਕੂਲ ਕੀਤਾ, ਫਿਰ ਮੋਟਰ ਦੇ ਅੰਦਰ, ਫਿਰ ਹੌਟ ਹੋ ਗਈ ਉਹ ਬਾਹਰਲੇ ਪਾਸਿਓਂ, ਅਸੀਂ ਇਹਨੂੰ ਫੈਨ ਨਾਲ ਐਕਸਟਰੈਕਟ ਕੀਤਾ, ਫਿਰ ਇਸੇ ਹਵਾ ਨੂੰ ਕੂਲ ਕੀਤਾ ਵਾਪਸ, ਫਿਰ ਮੋਟਰ 'ਚ, ਐਂਡ ਸੋ ਆਨ। ਇਹ ਹੋ ਗਈ ਸਾਡੀ ਕਲੋਜ਼ ਸਰਕਟ ਕੂਲਿੰਗ। ਇਹ ਏਅਰ ਦੀ ਜਗ੍ਹਾ 'ਤੇ ਆਪਾਂ ਹਾਈਡਰੋਜਨ ਗੈਸ ਯੂਜ਼ ਕਰ ਲਈਏ ਤਾਂ ਇਹ ਹਾਈਡਰੋਜਨ ਕੂਲਿੰਗ ਬਣ ਗਈ, ਬਾਕੀ ਸਾਰਾ ਸਿਸਟਮ ਇਹੀ ਰਹੇਗਾ। ਪਰ ਇਹਦੇ 'ਚ ਬਾਹਰ ਜਿਹੜੀ ਐਟਮੋਸਫੀਅਰ ਦੀ ਏਅਰ ਹੈ ਉਹ ਐਂਟਰ ਨਹੀਂ ਕਰੇਗੀ, ਇਹਨੂੰ ਸੀਲ ਰੱਖਾਂਗੇ ਸਾਰੇ ਪਾਸੇ ਤੋਂ ਬਾਅਦ ਮੋਟਰ ਨੂੰ, ਔਰ ਆ ਜਿਹੜਾ ਏਅਰ ਦਾ ਡਕਟ ਹੈ ਜਾਂ ਹਾਈਡਰੋਜਨ ਦਾ ਡਕਟ ਹੈ ਇਹ ਸਾਰਾ ਸੀਲਡ ਯੂਨਿਟ ਹੋਏਗਾ, ਇਸੇ ਕਰਕੇ ਦਾ ਨਾਂ ਹੈ ਕਲੋਜ਼ਡ ਸਰਕਟ ਕੂਲਿੰਗ। हाँ भी समझ आ रही है? हेलो हेलो, ਓਕੇ ਠੀਕ ਹੈ। ਤਾਂ ਹਾਈਡਰੋਜਨ ਜਦੋਂ ਅਸੀਂ ਯੂਜ਼ ਕਰਦੇ ਹਾਂ ਉਹਨੂੰ ਅਸੀਂ ਨਾਰਮਲ ਪ੍ਰੈਸ਼ਰ 'ਤੇ ਨਹੀਂ ਯੂਜ਼ ਕਰਦੇ, 3 to 4 ਐਟਮੋਸਫੈਰਿਕ ਪ੍ਰੈਸ਼ਰ 'ਤੇ ਯੂਜ਼ ਕਰਦੇ ਹਾਂ। ਮਤਲਬ ਹਾਈਡਰੋਜਨ ਦਾ ਪ੍ਰੈਸ਼ਰ ਆ ਜਿਹੜੀ ਬਾਹਰ ਹਵਾ ਦੇ ਵਿੱਚ ਪ੍ਰੈਸ਼ਰ ਹੈ ਇਹਦੇ ਨਾਲੋਂ 3 ਤੋਂ 4 ਗੁਣਾ ਹੁੰਦਾ। ਕਾਰਨ ਕਿ ਜੇ ਮੰਨ ਲਓ ਕਿਸੇ ਜਗ੍ਹਾ 'ਤੇ ਲੀਕੇਜ ਹੈ ਤਾਂ ਹਾਈਡਰੋਜਨ ਤਾਂ ਬਾਹਰ ਆ ਜਾਏ ਉੱਥੋਂ, ਏਅਰ ਨਾ ਅੰਦਰ ਜਾਵੇ, ਠੀਕ। ਤਾਂ ਹੁਣ ਆਪਾਂ ਨੇ ਪੜ੍ਹਨਾ ਹੈ ਬਈ ਹਾਈਡਰੋਜਨ ਯੂਜ਼ ਕਰਨ ਦੇ ਕੀ ਐਡਵਾਂਟੇਜ ਨੇ। ਕਲੋਜ਼ ਸਰਕਟ ਕੂਲਿੰਗ ਦੇ ਵਿੱਚ ਹਾਈਡਰੋਜਨ, ਕਲੋਜ਼ ਸਰਕਟ ਕੂਲਿੰਗ ਦੇ ਨਾਲ ਜ਼ਿਆਦਾ ਐਫੀਸ਼ੀਐਂਟਲੀ ਕੂਲਿੰਗ ਹੁੰਦੀ ਹੈ, ਮਸ਼ੀਨ ਦੀ ਐਫੀਸ਼ੀਐਂਸੀ ਵੱਧਦੀ ਹੈ, ਸੇਮ ਮਸ਼ੀਨ ਦਾ ਸਾਈਜ਼ ਜ਼ਿਆਦਾ ਪਾਵਰ ਆਊਟਪੁੱਟ ਦਿੰਦਾ। ਹਾਈਡਰੋਜਨ ਦੇ ਨਾਲ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ, ਉਹਦੇ ਆਪਾਂ ਰੀਜ਼ਨ 'ਚ ਪੜ੍ਹਦੇ ਹਾਂ ਐਡਵਾਂਟੇਜ ਕੀ ਨੇ। ਪਹਿਲਾ ਹੈ ਹੀਟ ਕੰਡਕਟੀਵਿਟੀ ਆਫ ਹਾਈਡਰੋਜਨ ਇਜ਼ 7 times that of ਏਅਰ। ਮਤਲਬ ਜਿੰਨੀ ਹੀਟ ਨੂੰ ਕੰਡਕਟ ਕਰ ਸਕਦੀ ਹੈ ਏਅਰ, ਉਹਦੇ ਨਾਲੋਂ 7 ਗੁਣਾ ਹਾਈਡਰੋਜਨ ਕੰਡਕਟ ਕਰ ਸਕਦੀ ਹੈ। ਜਿਵੇਂ ਇੱਕ ਕੰਡਕਟਰ ਦੇ ਵਿੱਚੋਂ ਕਰੰਟ ਜ਼ਿਆਦਾ ਲੰਘ ਜਾਂਦਾ ਨਾ ਜਿਹਦੀ ਕੰਡਕਟੀਵਿਟੀ ਹਾਈ ਹੈ, ਤਾਂ ਹੀਟ ਲੰਘਣ ਵਾਸਤੇ ਵੀ ਕੰਡਕਟੀਵਿਟੀ ਹੁੰਦੀ ਹੈ, ਉਹਨੂੰ ਕਹਿੰਦੇ ਨੇ ਹੀਟ ਕੰਡਕਟੀਵਿਟੀ। ਸਮਝ ਲੈਣਾ ਇਸ ਗੱਲ ਨੂੰ। ਜਿਵੇਂ ਇਲੈਕਟ੍ਰੀਕਲ ਦਾ ਕਰੰਟ ਦੀ ਕੰਡਕਟੀਵਿਟੀ ਹੁੰਦੀ ਹੈ ਨਾ, ਜ਼ਿਆਦਾ ਕਰੰਟ ਸੌਖਾ ਪਾਸ ਹੁੰਦਾ ਹੈ, ਇਸੇ ਤਰ੍ਹਾਂ ਜਿਹੜੇ ਸਬਸਟੈਂਸ 'ਚੋਂ ਹੀਟ ਜ਼ਿਆਦਾ ਸੌਖੀ ਪਾਸ ਹੋਵੇ ਉਹਨੂੰ ਕਹਿੰਦੇ ਉਹਦੀ ਹੀਟ ਕੰਡਕਟੀਵਿਟੀ ਹਾਈ ਹੈ। ਤਾਂ ਹਾਈਡਰੋਜਨ ਦੀ ਹੀਟ ਕੰਡਕਟੀਵਿਟੀ 7 times ਹੈ ਐਜ਼ ਦੈਟ ਆਫ ਏਅਰ, 7 ਗੁਣਾ ਉਹਦੇ ਨਾਲੋਂ ਜ਼ਿਆਦਾ। ਤਾਂ ਜ਼ਿਆਦਾ ਹੀਟ ਕੈਰੀ ਕਰ ਸਕਦੀ ਹੈ ਇਹ, ਤਾਂ ਕੂਲਿੰਗ ਜ਼ਿਆਦਾ ਪ੍ਰੋਪਰ ਹੋਏਗੀ, ਜ਼ਿਆਦਾ ਬੈਟਰ ਹੋਏਗੀ। ਦੂਸਰਾ
ਸਰਫੇਸ ਹੀਟ ਟ੍ਰਾਂਸਫਰ ਕੋਐਫੀਸ਼ੀਐਂਟ ਇਹਦਾ 1.4 ਟਾਈਮਸ ਹੈ that of air। ਸਰਫੇਸ ਹੀਟ ਟ੍ਰਾਂਸਫਰ ਕੀ ਹੁੰਦਾ ਹੈ ਵੀ ਇੱਕ ਸਰਫੇਸ ਤੋਂ ਜਦੋਂ 에ਅਰ ਲੰਘੇਗੀ ਉਹ ਕਿੰਨੀ ਹੀਟ ਲੈ ਕੇ ਅੱਗੇ ਜਾਏਗੀ, ਜੇ ਹਾਈਡਰੋਜਨ ਲੰਘੇ ਤਾਂ ਉਹ ਕਿੰਨੀ ਲੈ ਕੇ ਜਾਏਗੀ, ਤਾਂ ਉਹ 1.4 ਟਾਈਮਸ ਹੈ। ਜ਼ਿਆਦਾ ਹੀਟ ਕਲੈਕਟ ਕਰਕੇ ਲੰਘ ਸਕਦੇ ਕਿਸੇ ਸਰਫੇਸ ਤੋਂ, ਤਾਂ ਉਹ ਕੂਲਿੰਗ ਦੇ ਲਈ ਜ਼ਿਆਦਾ ਬੈਟਰ ਹੋਊਗੀ। ਤਾਂ ਮਸ਼ੀਨ ਦੀ ਜਿਹੜੀ ਕੂਲਿੰਗ ਐਫੀਸ਼ੀਐਂਸੀ ਹੈ, ਇਫੈਕਟਿਵਿਟੀ ਹੈ, ਉਹ ਵੱਧ ਜਾਏਗੀ। ਨੈਕਸਟ ਹੈ 에ਅਰ ਦਾ ਵੇਟ ਹੈ ਜਿਹੜਾ ਉਹ 14 ਟਾਈਮਸ ਹੈ ਐਜ਼ 에ਅਰ ਇਜ਼ 14 ਟਾਈਮਸ ਹੈਵੀਅਰ ਦੈਨ 에ਅਰ ਹੀ ਲਿਖਿਆ ਇੱਥੇ ਵੀ ਗਲਤ ਹੈ, ਇਹ ਹੈਗਾ ਹਾਈਡਰੋਜਨ। ਹਾਈਡਰੋਜਨ ਨਾਲੋਂ 에ਅਰ 14 ਗੁਣਾ ਭਾਰੀ ਹੈ, ਉਹਦਾ ਐਟੋਮਿਕ ਵੇਟ ਹੈ ਉਹ 14 ਟਾਈਮਸ ਹੈ।